Speaker, if I decide to wear a turban, or you decide to wear a cross, or he decides to wear a kippah or a skull cap, or she decides to wear a hijab or a burqa, does that mean that it is open season for right honourable members of this House to make derogatory and divisive remarks about our appearance? For those of us who from a young age have had to endure and face up to being called names such as Towelhead or Taliban, or coming from Bongo land, we can appreciate full well the hurt and pain felt by already vulnerable Muslim women when they are described as looking like bank robbers and letterboxes. So rather than hide behind sham and whitewash investigations, when will the Prime Minister finally apologise for his derogatory and racist remarks, racist remarks, Mr. Speaker, which have led to a spike in hate crime? And given the increasing prevalence of such incidents within his party, when will the Prime Minister finally order an inquiry into Islamophobia within the Conservative Party, something which he and his Chancellor promised on national television? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਸਾਨੂੰ ਟੀਮ ਨੂੰ ਬਹੁਤ ਖੁਸ਼ੀ ਹੈ ਕਿ ਅਸੀਂ ਪਹੁੰਚੇ ਹਾਂ ਕਿ ਸਲਾਉ ਜਿੱਥੇ ਅਸੀਂ ਮਿਲਣਾ ਧਰਮਜੀਤ ਸਿੰਘ ਢੇਸੀ MP ਫॉर ਸਲਾਉ, ਉਹਦੇ ਵਿਚਾਰ ਸੁਣਨੇ, ਉਹਨਾਂ ਨੂੰ ਅਸੀਂ ਤੁਹਾਨੂੰ ਮਿਲਾਈਏ। ਧਰਮਜੀਤ ਸਿੰਘ ਜੀ, ਬਹੁਤ ਖੁਸ਼ੀ ਹੈਗੀ ਅਸੀਂ ਤੁਹਾਡੇ ਲੇਬਰ ਪਾਰਟੀ ਆਫਿਸ ਪਹੁੰਚੇ ਹੈਗੇ ਸਲਾਉ ਦੇ ਵਿੱਚ, ਤੁਹਾਡੇ ਦਫ਼ਤਰ ਜਿੱਥੇ ਤੁਸੀਂ ਸਲਾਉ ਸਾਰੇ ਇੱਥੇ ਏਰੀਆ ਨੂੰ ਰੈਪਰੈਜ਼ੈਂਟ ਕਰਦੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਆਇਆਂ ਨੂੰ ਜੀ। ਵੱਲ ਸਾਹਿਬ, ਬਹੁਤ ਬਹੁਤ ਖੁਸ਼ੀ ਹੋਈ ਕਿ ਇੱਕ ਦਫਾ ਫਿਰ ਤੁਸੀਂ ਇੱਥੇ ਜਿਹੜਾ ਆਪਣਾ ਐਕਸਕਲੂਸਿਵ ਇੰਟਰਵਿਊ ਇੱਥੇ ਸਲੋ ਸ਼ਹਿਰ ਦੇ ਵਿੱਚ ਆ ਕੇ ਦਫ਼ਤਰ ਦੇ ਵਿੱਚ ਆਏ ਹੋ, ਅਤੇ ਜੀ ਆਇਆਂ ਨੂੰ। ਥੈਂਕ ਯੂ ਵੈਰੀ ਮੱਚ। ਖਾਸ ਕਰ ਧਰਮਜੀਤ ਸਿੰਘ, ਆਹ ਸਾਲ ਹੈਗਾ ਕਾਫੀ ਮਹਾਨ ਸਾਲ ਹੈਗਾ, 550 ਸਾਲ ਗੁਰਪੁਰਬ ਮਨਾਉਣਾ, ਦੁਨੀਆ ਭਰ ਬਹੁਤ ਸੈਲੀਬ੍ਰੇਸ਼ਨਸ ਹੁੰਦੀਆਂ, ਬਹੁਤ ਬੜੇ ਸਮਾਗਮ, ਇਵੈਂਟਸ, ਫੈਸਟੀਵਲਸ, ਲੈਕਚਰਸ, ਕਈ ਤਰ੍ਹਾਂ ਦੇ ਇਵੈਂਟ ਹੁੰਦੇ। ਇਹ ਹੈ ਕਿ ਸਾਰੀ ਮੋਟੀਵੇਸ਼ਨ ਵੀ ਸਿੱਖਾਂ ਦੀ ਸ਼ਾਨ ਵਧਾਉਣੀ, ਜਿਹੜੇ ਗੁਰੂਆਂ ਦਾ ਮੈਸੇਜ ਆ, ਪਹਿਲੇ ਪਾਤਸ਼ਾਹ ਦਾ ਮੈਸੇਜ ਸੀ ਸਾਰੀ ਦੁਨੀਆ ਲਈ ਵੀ ਅਸੀਂ ਇੱਕ ਹੈਗੇ ਹਾਂ। ਵਾਹਿਗੁਰੂ ਦੀ ਮਿਹਰ ਦੇ ਨਾਲ ਸਾਰੇ ਪਰਮਾਤਮਾ ਨੇ ਬਣਾਇਆ ਸਾਨੂੰ ਇੱਕ ਸੰਸਾਰ। ਉਹ ਮੈਸੇਜ ਗਾਹਾਂ ਲੈ ਕੇ ਜਾਣ ਦਾ ਤੁਹਾਡਾ ਕਾਫੀ ਉਹਦੇ ਵਿੱਚ ਹੱਥ ਹੈਗਾ। ਇਸ ਹਫ਼ਤੇ ਥੋੜ੍ਹੇ ਦਿਨਾਂ ਦੇ ਵਿੱਚ ਪਾਰਲੀਮੈਂਟ ਵਿੱਚ ਤੁਹਾਡਾ ਸਪੀਚ ਜਿਹੜਾ ਤੁਸੀਂ ਕੀਤਾ ਉਹ ਦੁਨੀਆ ਭਰ ਚਲ ਗਿਆ। ਉਸ 'ਤੇ ਅਸੀਂ ਤੁਹਾਡੇ ਨਾਲ ਕਾਫੀ ਗੱਲ ਕਰਨੀ। ਉਹ ਤੋਂ ਪਹਿਲਾਂ ਮੈਂ ਆਪਣੇ ਸਾਰੇ ਜਿਹੜੇ ਵਿਊਅਰਸ ਚੈਨਲ ਤੋਂ ਉਹਨਾਂ ਨੂੰ ਦੱਸ ਦਈਏ, ਜਿਹੜੇ ਪਾਰਲੀਮੈਂਟਰੀ ਕੁਐਸਚਨ ਹੁੰਦੇ, ਪ੍ਰਾਈਮ ਮਿਨਿਸਟਰ ਕੁਐਸਚਨ ਟਾਈਮ ਹੁੰਦਾ, ਉਹ ਕੁਐਸਚਨ ਕਰਨਾ ਬਹੁਤ ਮੁਸ਼ਕਿਲ ਹੁੰਦਾ ਕਰਕੇ ਉਹਦੀ ਕਈ ਵਾਰੀ ਸਾਲ ਦੀ ਕਈ ਵੇਟ ਵੀ ਹੁੰਦੀ ਆ, ਤੁਹਾਨੂੰ ਕੁਐਸਚਨ ਦਾਖਲ ਕਰਨੀ ਪੈਂਦੀ ਐਂਡ ਕੁਐਸਚਨ ਕੀ ਆਉਂਦੀ ਕੀ ਨਹੀਂ ਆਉਂਦੀ, ਉਹ ਬਾਰੀ ਬਹੁਤ ਘੱਟ ਬਾਰੀ ਆਉਂਦੀ। ਇਸ ਕਰਕੇ ਸਾਨੂੰ ਪਹਿਲਾਂ ਦੱਸੋ ਤੁਹਾਡੀ ਬਾਰੀ ਕਿਸ ਤਰ੍ਹਾਂ ਆਈ ਪ੍ਰਾਈਮ ਮਿਨਿਸਟਰ ਕੁਐਸਚਨ ਟਾਈਮ 'ਚ? ਜੀ ਬੱਲ ਸਾਹਿਬ, ਤੁਸੀਂ ਵਾਕਈ ਹੀ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਜਿਹੜੇ ਸਿੱਖ ਚੈਨਲ ਦੇ ਦਰਸ਼ਕਾਂ ਨੂੰ ਕਿ ਜੋ ਪ੍ਰਾਈਮ ਮਿਨਿਸਟਰ ਕੁਐਸਚਨ ਜੋ ਹੁੰਦਾ ਆ ਵੀ ਇਹ ਬਹੁਤ ਘੱਟ ਵਾਰੀ ਆਉਂਦੀ ਹੈ। ਇਹ ਪਹਿਲੀ ਦਫਾ ਆ ਕਿ ਮੈਨੂੰ 2019 ਦੇ ਵਿੱਚ ਜਿਹੜਾ ਪ੍ਰਧਾਨ ਮੰਤਰੀ ਨੂੰ ਕੋਈ ਸਵਾਲ ਕਰਨ ਦਾ ਮੌਕਾ ਮਿਲਿਆ। ਮੈਂ ਵੈਸੇ ਹਰ ਹਫ਼ਤੇ ਆਪਣਾ ਨਾਮ ਵਿੱਚ ਪਾਉਂਦਾ ਹਾਂ, ਦਰਜ ਕਰਦੇ ਹਾਂ, ਪਰ ਕਈ ਵਾਰੀ ਕਿਸਮਤ ਸਾਥ ਦਿੰਦੀ, ਕਈ ਵਾਰੀ ਨਹੀਂ ਦਿੰਦੀ। ਪਰ ਇਸ ਦਫਾ ਕੁਝ ਦਿਨ ਪਹਿਲਾਂ ਮੈਨੂੰ ਪਤਾ ਲੱਗਿਆ ਸੀਗਾ ਵੀ ਐਤਕੀ ਵੀ ਆਪਣਾ ਨਾਮ ਨਿਕਲ ਚੁੱਕਾ, ਸੋ ਵੀ ਐਤਕੀ ਮੈਂ ਪੁੱਛ ਸਕਦਾ ਹਾਂ। ਅਤੇ ਫਿਰ ਮੈਂ ਵਿਸ਼ੇ ਤਾਂ ਕਈ ਸੀਗੇ ਜਿਨ੍ਹਾਂ ਦੇ ਬਾਰੇ ਮੈਂ ਗੱਲ ਕਰਨਾ ਚਾਹੁੰਦਾ ਸੀਗਾ। ਜਿਹੜੇ ਤੁਸੀਂ ਸਵਾਲ ਪੁੱਛਿਆ ਸੀ, ਦਾਸ ਨੇ ਦੇਖਿਆ ਕੋਈ ਵੀ ਮੀਡੀਆ ਹੋਵੇ ਆਸਟ੍ਰੇਲੀਆ ਤੱਕ, ਅਮਰੀਕਾ ਤੱਕ, ਉਹ ਤੁਹਾਡੀ ਬਹੁਤ ਦੁਨੀਆ 'ਚ ਫੈਲ ਗਈ। ਉਹਦੇ ਨਾਲ ਇੱਕ ਸਰਦਾਰ ਦੀ ਤਸਵੀਰ, ਤੁਹਾਡੀ ਫੋਟੋਗ੍ਰਾਫ, ਤੁਹਾਡਾ ਸਪੀਚ ਵੀ ਇੱਕ ਸਿੱਖ ਨੇ UK ਪਾਰਲੀਮੈਂਟ ਵਿੱਚ ਆਹ ਗੱਲ ਕੀਤੀ। ਇਹ ਇਸ ਸਾਲ ਦੇ ਵਿੱਚ 550 ਸਾਲ ਦੇ ਵਿੱਚ ਗੱਲ ਤੁਸੀਂ ਸਾਰੀ ਹਿਊਮੈਨਿਟੀ ਦੀ ਕੀਤੀ। ਤੁਹਾਡਾ ਬਹੁਤ ਅਸੀਂ ਧੰਨਵਾਦ ਕਰਦੇ ਸਾਰੀ ਸਿੱਖ ਕਮਿਊਨਿਟੀ ਬਿਹਾਫ। ਪਰ ਜਿਹੜਾ ਸਵਾਲ ਤੁਸੀਂ ਪੁੱਛਿਆ ਸੀ ਪ੍ਰਾਈਮ ਮਿਨਿਸਟਰ ਤੋਂ, ਸਾਡੇ ਇਸ ਵੇਲੇ ਹੈਗੇ ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ, ਜਿਹੜੇ ਕਾਫੀ ਨਵੇਂ ਪ੍ਰਾਈਮ ਮਿਨਿਸਟਰ ਆ, ਉਹਨੂੰ ਤੁਸੀਂ ਸਵਾਲ ਪੁੱਛਿਆ। ਉਹ ਸਵਾਲ ਸਾਨੂੰ ਪਹਿਲਾਂ ਦੱਸੋ ਪੰਜਾਬੀ ਦੇ ਵਿੱਚ ਤੁਸੀਂ ਕੀ ਸਵਾਲ ਪੁੱਛਿਆ? ਜੀ, ਸੋ ਜਿਹੜਾ ਸਵਾਲ ਜਿਵੇਂ ਮੈਂ ਜ਼ਿਕਰ ਕੀਤਾ ਵੀ ਕਈ ਅਲੱਗ-ਅਲੱਗ ਵਿਸ਼ੇ ਸੀਗੇ ਜਿਨ੍ਹਾਂ ਦੇ ਬਾਰੇ ਮੈਂ ਗੱਲ ਕਰ ਸਕਦਾ ਸੀਗਾ।
ਪਰ ਅਖੀਰ ਦੇ ਵਿੱਚ ਜਦੋਂ ਮੈਂ ਦੇਖਿਆ ਵੀ ਮੇਰਾ ਸਭ ਤੋਂ ਪਹਿਲਾਂ ਤਾਂ ਮੇਰੀ ਸੋਚ ਇਹ ਸੀ ਵੀ ਨੋ ਡੀਲ ਬ੍ਰੈਗਜ਼ਿਟ ਦੇ ਬਾਰੇ ਗੱਲ ਕਰਨੀ ਆ, ਕਿਉਂਕਿ ਇੱਕ ਦਿਨ ਪਹਿਲਾਂ ਹੀ ਉਹ ਮੰਗਲਵਾਰ ਨੂੰ ਸਰਕਾਰ ਇੱਕ ਵੋਟ, ਪਹਿਲੀ ਜਿਹੜੀ ਪ੍ਰਧਾਨ ਮੰਤਰੀ ਦੀ ਵੋਟ ਸੀ ਉਹ ਹਾਰ ਚੁੱਕੇ ਸੀ। ਸੋ ਮੈਂ ਸੋਚਿਆ ਵੀ ਜਿਹੜਾ ਸਲੋ ਦੇ ਵਿੱਚ ਬਿਜ਼ਨਸ ਬਹੁਤ ਵੱਡਾ ਬਿਜ਼ਨਸ ਹੱਬ ਆ ਸਲੋ ਦੇ ਵਿੱਚ, ਅਤੇ ਸਾਰੀ ਬਿਜ਼ਨਸ ਜਿੰਨੀਆਂ ਵੀ ਸੀਗੇ ਤਕਰੀਬਨ ਮੈਨੂੰ ਇਹ ਕਹਿ ਰਹੀਆਂ ਸੀ ਵੀ ਨੋ ਡੀਲ ਬ੍ਰੈਗਜ਼ਿਟ ਲਈ ਨਹੀਂ ਵੋਟ ਪਾਉਣੀ, ਕਿਸੇ ਵੀ ਹਾਲਤ ਵਿੱਚ ਨੋ ਡੀਲ ਬ੍ਰੈਗਜ਼ਿਟ ਨਹੀਂ ਹੋਣਾ ਚਾਹੀਦਾ, ਵੀ ਅਸੀਂ ਚਾਹੁੰਦੇ ਹਾਂ ਵੀ ਕਰੀਬੀ ਰਿਸ਼ਤੇ ਹੋਣ। ਸੋ ਉਸ ਤਹਿਤ ਪਹਿਲਾਂ ਮੈਂ ਸੋਚਿਆ ਵੀ ਉੱਧਰ ਨੂੰ ਮੈਂ ਜਾਊਂਗਾ, ਪਰ ਫਿਰ ਮੈਂ ਇਹ ਸੋਚਿਆ ਵੀ ਜਿਹੜੇ ਆਪਣੇ ਜਰਮੀ ਕੋਬਿਨ ਮੈਨੂੰ ਲੱਗਦਾ ਸੀਗਾ ਵੀ ਉਹਨਾਂ ਨੇ ਵੀ ਉੱਧਰ ਨੂੰ, ਜਿਹੜਾ ਸਾਡੇ ਲੇਬਰ ਪਾਰਟੀ ਦਾ ਲੀਡਰ ਆ, ਵਿਰੋਧੀ ਧਿਰ ਦੇ ਨੇਤਾ ਆ, ਵੀ ਉਹ ਵੀ ਸ਼ਾਇਦ ਉੱਧਰ ਨੂੰ ਕਰਨ। ਤਾਂ ਕਿਉਂਕਿ ਮੇਰਾ ਸਵਾਲ ਅਖੀਰ ਜੇ ਚਾਹੁੰਦਾ ਸੀਗਾ, ਮੈਨੂੰ ਇਹ ਵੀ ਡਰ ਸੀਗਾ ਵੀ ਕਈ ਹੋਰਨਾਂ ਨੇ ਵੀ ਉਹ ਸਵਾਲ ਪੁੱਛ ਲੈਣਾ ਹੈ। ਸੋ ਫਿਰ ਮੈਂ ਸੋਚਿਆ ਕਿ ਮੈਂ ਸੋਚਿਆ ਵੀ ਜਿਹੜਾ ਲੋਕਾਂ ਦਾ ਪਹਿਰਾਵਾ ਆ, ਵੀ ਇਹ ਪ੍ਰਧਾਨ ਮੰਤਰੀ ਤੋਂ 1 ਸਾਲ ਹੋ ਗਿਆ ਸਾਨੂੰ ਬੇਨਤੀਆਂ ਕਰਦਿਆਂ ਨੂੰ ਪਿਆਰ ਦੇ ਨਾਲ ਵੀ ਮਾफ़ੀ ਮੰਗਣੀ ਚਾਹੀਦੀ ਆ, ਵੀ ਤੁਸੀਂ ਬਹੁਤ ਮਾੜੀ ਸ਼ਬਦਾਵਲੀ ਵਰਤੀ ਆ ਵੀ ਜਿਹੜੀ ਮੁਸਲਿਮ ਔਰਤਾਂ ਦੇ ਪ੍ਰਤੀ, ਅਤੇ ਨਾਲੇ ਇਹਨਾਂ ਨੇ ਵਾਅਦਾ ਕੀਤਾ ਸੀਗਾ ਨੈਸ਼ਨਲ ਟੈਲੀਵਿਜ਼ਨ ਦੇ ਉੱਪਰ, ਸਿਰਫ ਬੋਰਿਸ ਜੌਨਸਨ ਜਿਹੜੇ ਪ੍ਰਧਾਨ ਮੰਤਰੀ ਨਹੀਂ, ਉਹਨਾਂ ਦਾ ਚਲੋ ਪੂਰਾ ਨਾਮ ਵੀ ਮੈਂ ਲੈਂਦਾ, ਐਲੈਗਜ਼ੈਂਡਰ ਬੋਰਿਸ ਡਫੈਫਲ ਜੌਨਸਨ। ਸੋ ਉਹਨਾਂ ਨੇ ਅਤੇ ਉਹਨਾਂ ਦੇ ਜਿਹੜੇ ਚਾਂਸਲਰ ਨੇ ਸਾਜਿਦ ਜਾਵੇਦ, ਉਹਨਾਂ ਦੋਨਾਂ ਨੇ ਇਹ ਵਾਅਦਾ ਕੀਤਾ ਸੀ ਵੀ ਸਾਡੀ ਜਿਹੜੀ ਕੰਜ਼ਰਵੇਟਿਵ ਪਾਰਟੀ ਦੇ ਵਿੱਚ ਮੁਸਲਮਾਨਾਂ ਦੇ ਖਿਲਾਫ ਜਿਹੜੇ ਨਫ਼ਰਤ ਭਰਿਆ ਜਿਹੜੇ ਹੈਗਾ ਬਹੁਤ ਸਾਰੀਆਂ ਕਾਰਵਾਈਆਂ ਹੋ ਚੁੱਕੀਆਂ, ਵੀ ਅਸੀਂ ਉਹ 'ਤੇ ਇੰਡੀਪੈਂਡੈਂਟ ਇਨਕੁਆਇਰੀ ਬਿਠਾਉਂਗੇ, ਜਿੱਦਾਂ ਲੇਬਰ ਪਾਰਟੀ ਨੇ ਰੱਖੀ ਸੀਗੀ ਐਂਟੀ ਸੈਮਿਟਿਜ਼ਮ 'ਤੇ, ਪਰ ਉਹਨਾਂ ਨੇ ਨਹੀਂ ਗੱਲ ਮੰਨੀ। ਸੋ ਮੈਂ ਸੋਚਿਆ ਕੋਈ ਗੱਲ ਨਹੀਂ ਪੁੱਤਰਾ, ਵੀ ਇਹ ਜਦੋਂ ਮੌਕਾ ਆਉਣਾ, ਵੀ ਐਤਕੀ ਮੈਨੂੰ ਮੌਕਾ ਮਿਲ ਗਿਆ, ਤਾਂ ਹੁਣ ਮੈਂ ਇਸ ਮਸਲੇ 'ਤੇ ਪ੍ਰਧਾਨ ਮੰਤਰੀ ਨੂੰ ਜ਼ਰੂਰ ਘੇਰਨਾ ਆ ਵੀ ਉਹ ਜਵਾਬ ਦੇ ਆ। ਇਹ ਨਹੀਂਗਾ ਵੀ ਤੁਸੀਂ ਜਿਹੜੀ ਮਰਜ਼ੀ ਕਿਸੇ ਨੂੰ, ਜਿਹੜਾ ਔਰਤਾਂ ਨੂੰ ਵੀ ਬੈਂਕ ਦੇ ਡਾਕੂ ਜਾਂ ਲੈਟਰ ਬਾਕਸ ਕਹਿ ਦਿਓ। ਸੋ ਮੈਂ ਸ਼ੁਰੂਆਤ ਮੈਂ ਆਪਣੀ ਦਸਤਾਰ ਤੋਂ ਕੀਤੀ, ਜਿੱਦਾਂ ਤੁਸੀਂ ਕਿਹਾ ਵੀ 550 ਸਾਲਾਂ ਦਾ ਗੁਰਪੁਰਬ ਆ, ਆਪਾਂ ਬਹੁਤ ਖੁਸ਼ਕਿਸਮਤ ਹਾਂ ਵੀ ਆਪਾਂ ਇਸ ਸਾਲ ਦੇ ਵਿੱਚ ਆਪਾਂ ਨੂੰ ਇਹ ਸਮਾਗਮ ਜਿਹੜੇ ਆ ਉਹਨਾਂ ਨੂੰ ਮਨਾਉਣ ਦਾ ਆਪਾਂ ਨੂੰ ਮੌਕਾ ਮਿਲਣਾ। ਸੋ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਸੰਦੇਸ਼ ਵੀ ਸੀ ਉਹ ਵੀ ਇਨਸਾਨੀਅਤ ਦਾ ਹੀ ਸੀ, ਵੀ ਆਪਾਂ ਸਿਰਫ ਸਿੱਖਾਂ ਦੀ ਗੱਲ ਨਹੀਂ ਕਰਨੀ, ਆਪਾਂ ਸਿੱਖਾਂ ਦੀ ਗੱਲ ਕਰਦੇ ਨਾਲ ਆਪਾਂ ਬਾਕੀ ਸਾਰਿਆਂ ਦੀ ਵੀ ਕਰਨੀ ਹੈ। ਸੋ ਜਿਹੜਾ ਮੇਰਾ ਸਵਾਲ ਇਸ ਪ੍ਰਕਾਰ ਸੀ ਕਿ ਮੈਂ ਸਪੀਕਰ ਸਾਹਿਬ ਨੂੰ ਸੰਬੋਧਨ ਕਰਕੇ, ਸਾਡਾ ਪਾਰਲੀਮੈਂਟ ਦੇ ਵਿੱਚ ਇਹ ਇੱਕ ਪ੍ਰੋਟੋਕੋਲ ਹੁੰਦੀ ਹੈ ਵੀ ਤੁਸੀਂ ਜੋ ਵੀ ਗੱਲ ਕਰਨੀ ਆ ਸਪੀਕਰ ਸਾਹਿਬ ਦੇ ਜ਼ਰੀਏ ਕਰਨੀ ਹੁੰਦੀ ਆ। उधर पार्लियामेंट सारे एन फुल से वो खाने बैली थे ना सके MP सारे से जी बिल्कुल। और ਤੇ ਉਦੋਂ ਪ੍ਰੈਸ਼ਰ ਵੀ ਬਲ ਸਾਹਿਬ ਬਹੁਤ ਜ਼ਿਆਦਾ ਹੁੰਦਾ, ਕਿਉਂਕਿ ਤੁਸੀਂ ਇਹ ਲੱਗਦਾ ਹੁੰਦਾ ਟੈਲੀਵਿਜ਼ਨ 'ਤੇ ਵੀ ਪਾਰਲੀਮੈਂਟ ਬਹੁਤ ਵੱਡੀ ਆ, ਉਹ ਅਸਲ 'ਚ ਤੁਸੀਂ ਬਹੁਤ ਇੱਕ ਦੂਸਰੇ ਦੇ ਕਰੀਬ ਹੁੰਦੇ ਆ, ਅਤੇ ਜਿਹੜੇ ਤੁਹਾਡੇ ਵਿਰੋਧੀ ਵੀ ਹੁੰਦੇ ਆ ਉਹ ਤੁਹਾਡੇ ਤੋਂ ਜਿਹੜਾ ਥੋੜ੍ਹਾ ਫਾਸਲੇ 'ਤੇ ਬੈਠੇ ਹੁੰਦੇ ਆ, ਅਤੇ ਕੁਛ ਇੱਕ ਵੀ ਲਫ਼ਜ਼ ਗਲਤ ਕਿਹਾ ਨੇਗਾ ਤਾਂ ਉਦੋਂ ਹੀ ਲੋਕਾਂ ਨੇ ਹੱਸ ਹੁੱਸ ਕੇ ਜਾਂ ਤੁਹਾਡੇ ਜਿੱਦਾਂ ਤੁਹਾਨੂੰ ਉਦੋਂ ਹੀ ਬਿਠਾਉਣ ਨੂੰ ਇੱਕ ਤੇਜ਼ ਹੋ ਜਾਂਦੇ ਹੁੰਦੇ ਆ। ਅਤੇ ਮੈਂ ਕਿਹਾ ਸਪੀਕਰ ਸਾਹਿਬ ਵੀ ਦੇਖੋ, ਜੇ ਮੈਂ ਦਸਤਾਰ ਪਹਿਨਣ ਦਾ ਫੈਸਲਾ ਕਰਾਂ, ਜਾਂ ਤੁਸੀਂ ਈਸਾਈ ਹੋਣ ਦੇ ਨਾਤੇ ਤੁਸੀਂ ਕ੍ਰੋਸ ਪਹਿਨਣਾ ਚਾਹੋ, ਜਾਂ ਕੋਈ ਯਹੂਦੀ ਕੋਈ ਬੰਦਾ ਹੈਗਾ ਵੀ ਉਹ ਆਪਣੇ ਜਿਹੜੀ ਸਿਰ 'ਤੇ ਟੋਪੀ ਦੀ ਕਿੱਪਾ ਹੁੰਦੀ ਆ ਵੀ ਉਹ ਧਰਮ ਦੇ ਮੁਤਾਬਕ ਵੀ ਉਹ ਟੋਪੀ ਪਾਉਣਾ ਚਾਹਵੇ, ਅਤੇ ਜਾਂ ਕੋਈ ਮੁਸਲਮਾਨ ਕੋਈ ਔਰਤ ਆ ਵੀ ਉਹ ਹਜਾਬ ਜਾਂ ਬੁਰਕਾ ਪਾਉਣਾ ਚਾਹਵੇ, ਕਿ ਇਹਦਾ ਮਤਲਬ ਇਹ ਆ ਕਿ ਜਿਹੜਾ ਕੋਈ ਵੀ ਇੱਥੇ ਆਨਰੇਬਲ ਮੈਂਬਰ ਆ, ਜਿਹਦਾ ਕੋਈ ਵੀ ਇੱਥੇ ਮੈਂਬਰ ਆਫ ਪਾਰਲੀਮੈਂਟ ਆ, ਵੀ ਉਹ ਜਿਹੜੀ ਮਰਜ਼ੀ ਮਾੜੀ ਸ਼ਬਦਾਵਲੀ ਸਾਡੇ ਖਿਲਾਫ ਸਾਡੇ ਜਿਹੜੀ ਦਿੱਖ ਆ, ਜਿਹੜੀ ਸਾਡੀ ਪਹਿਚਾਣ ਪ੍ਰਤੀ ਉਹ ਕੋਈ ਵੀ ਮਾੜੀ ਸ਼ਬਦਾਵਲੀ ਵਰਤ ਸਕਦਾ ਆ। ਫਿਰ ਮੈਂ ਇਹ ਜਿਹੜਾ ਦੂਸਰਾ ਜਿਹੜਾ ਆਪਣਾ ਇਹ ਗੱਲ ਮੈਂ ਇਹ ਕੀਤੀ ਵੀ ਦੇਖੋ, ਮੈਂ ਕਿਹਾ ਜਿਹੜੇ ਸਾਡੇ ਵਰਗੇ ਆ, ਜਿਨ੍ਹਾਂ ਨੂੰ ਛੋਟੀ ਉਮਰ ਤੋਂ ਜਿਨ੍ਹਾਂ ਨੂੰ ਇਹ ਨਸਲਵਾਦ ਦਾ ਟਾਕਰਾ ਕਰਨਾ ਪਿਆ, ਜਿੱਦਾਂ ਮੇਰੇ ਵੀ ਜਦੋਂ ਮੈਂ ਛੋਟਾ ਹੁੰਦਾ ਸਕੂਲ ਦੇ ਵਿੱਚ ਕਿਸੇ ਨੇ ਮੇਰੀ ਪਗੜੀ ਉਤਾਰਨ ਦੀ ਕੋਸ਼ਿਸ਼ ਕੀਤੀ, ਜਦੋਂ ਤੁਸੀਂ ਬਾਖੂਬੀ ਜਾਣਦੇ ਹੀ ਆ। ਮੈਂ ਕਿਹਾ ਜਿਹਨਾਂ ਸਾਡੇ ਵਰਗਿਆਂ ਨੂੰ ਜਿਨ੍ਹਾਂ ਨੂੰ ਇਹ ਨਸਲਵਾਦ ਦਾ ਟਾਕਰਾ ਕਰਨਾ ਪਿਆ, ਜਿਨ੍ਹਾਂ ਨੂੰ ਲੋਕਾਂ ਨੇ ਤਾਲਿਬਾਨ ਵੀ ਕਿਹਾ, ਹੁਣ ਆਪਾਂ ਨੂੰ ਪਤਾ ਬਹੁਤ ਸਾਰੇ ਸਿੱਖਾਂ ਨੂੰ ਤਾਲਿਬਾਨ ਵੀ ਕਿਹਾ, ਮੈਂ ਕਿਹਾ ਅੱਤਵਾਦੀ ਵੀ ਮੈਂ ਕਿਹਾ ਸਾਨੂੰ ਕਿਹਾ ਆ। ਬਿਲਕੁਲ ਕਾਫੀ ਪ੍ਰੋਬਲਮ ਆਈ 9/11 ਤੋਂ ਬਾਅਦ ਸਿੱਖਾਂ ਨੂੰ ਕਾਫੀ ਮਿਸਟੇਕਨ ਆਈਡੈਂਟੀਟੀ ਅਟੈਕ ਵੀ ਹੋਏ। ਬਿਲਕੁਲ। ਸੋ ਮੈਂ ਕਿਹਾ ਜਿਨ੍ਹਾਂ ਨੂੰ ਤਾਲਿਬਾਨ ਅੱਤਵਾਦੀ ਟਾਵਲ ਹੈਡ ਕਿਹਾ ਆ, ਤਾਂ ਮੈਂ ਕਿਹਾ ਜਾਂ ਕਿਹਾ ਆ ਵੀ ਇਹ ਕੋਈ ਬੰਗੋ ਕੋਈ ਧਰਤੀ ਆ ਵੀ ਉੱਥੋਂ ਆਏ ਆ, ਵੀ ਇਹ ਸਾਰੇ ਵੀ ਜਿੰਨੇ ਵੀ ਇਹ ਕਾਲੇ ਜਾਂ ਭੂਰੇ ਲੋਕ ਆ ਵੀ ਇਹ ਮੈਂ ਕਿਹਾ ਸਾਨੂੰ ਪਤਾ ਆ ਵੀ ਜਿਹੜੀਆਂ ਉਹ ਔਰਤਾਂ ਨੇ, ਜਦੋਂ ਕੋਈ ਉਹਨਾਂ ਨੂੰ ਡਾਕੂ ਜਾਂ ਲੈਟਰ ਬਾਕਸ ਕਹਿੰਦਾ, ਮੈਂ ਕਿਹਾ ਸਾਨੂੰ ਪਤਾ ਵੀ ਉਹਦਾ ਦਰਦ ਕੀ ਆ, ਵੀ ਕਿੰਨਾ ਬੰਦੇ ਨੂੰ ਘਟਾ ਆਪਣੇ ਆਪ 'ਚ ਜਿਹੜਾ ਆਤਮ ਵਿਸ਼ਵਾਸ, ਜਿਹੜਾ ਤੁਹਾਡੀ ਸੈਲਫ ਕੌਨਫੀਡੈਂਸ ਨਹੀਂ, ਉਹਨੂੰ ਕਿੰਨਾ ਧੱਕਾ ਲੱਗਦਾ। ਸੋ ਮੈਂ ਫਿਰ ਸਿੱਧਾ ਮੈਂ ਕਿਹਾ ਅੱਖਾਂ 'ਚ ਅੱਖਾਂ ਪਾ ਕੇ ਪ੍ਰਧਾਨ ਮੰਤਰੀ ਵੱਲ ਨੂੰ ਦੇਖਿਆ। ਮੈਂ ਕਿਹਾ ਪ੍ਰਧਾਨ ਮੰਤਰੀ ਸਾਹਿਬ, ਮੈਂ ਕਿਹਾ ਤੁਸੀਂ ਜਿਹੜੇ ਮਾੜੇ ਸ਼ਬਦ ਵਰਤੇ ਸੀਗੇ, ਮੈਂ ਕਿਹਾ ਤੁਸੀਂ ਕਦੋਂ
ਹੁਣ ਉਹ ਨਸਲਵਾਦ ਤਾਂ ਨਫ਼ਰਤ ਭਰੇ ਲਫ਼ਜ਼ਾਂ ਦੇ ਲਈ ਮੈਂ ਕਿਹਾ ਤੁਸੀਂ ਕਦੋਂ ਮਾफ़ੀ ਮੰਗਣੀ ਆ। ਤੇ ਨੰਬਰ 2 ਮੈਂ ਕਿਹਾ ਹੁਣ ਤੁਹਾਡੇ ਨਾਲ ਤੁਹਾਡੇ ਚਾਂਸਲਰ ਸਾਹਿਬ ਵੀ ਇੱਥੇ ਬੈਠੇ ਨੇ, ਸਾਜਿਦ ਜਾਵੇਦ ਜੀ, ਤੁਸੀਂ ਦੋਨਾਂ ਨੇ ਨੈਸ਼ਨਲ ਟੈਲੀਵਿਜ਼ਨ 'ਤੇ ਆ ਕੇ ਵਾਅਦਾ ਕੀਤਾ ਸੀ ਕਿ ਜਦੋਂ ਹੀ ਅਸੀਂ ਸਾਡੇ 'ਚੋਂ ਕੋਈ ਜਿਹੜਾ ਲੀਡਰ ਬਣਿਆ ਤਾਂ ਅਸੀਂ ਇਸਲਾਮੋਫੋਬੀਆ ਦੇ ਪ੍ਰਤੀ ਕੰਜ਼ਰਵੇਟਿਵ ਪਾਰਟੀ ਦੇ ਵਿੱਚ ਇਨਕੁਆਇਰੀ ਬਿਠਾਉਂਗੇ। ਮੈਂ ਕਿਹਾ ਉਹ ਕਦੋਂ ਹੁਣ ਤੁਸੀਂ ਬਿਠਾਉਣ ਜਾ ਰਹੇ ਆ? ਤਾਂ ਉਹ ਜਿਹੜੀ ਤੁਸੀਂ ਸਪੀਚ ਕੀਤੀ ਬਹੁਤ ਕਾਫੀ ਜੋਸ਼ ਨਾਲ ਕੀਤੀ, ਤਾਂ ਇਹਦੇ ਵਿੱਚ ਇਮੋਸ਼ਨ ਵੀ ਬਹੁਤ ਸੀ। ਤੁਸੀਂ ਆਪਣੀ ਪਰਸਨਲ ਲਾਈਫ ਵੀ ਮੋਰੇ ਰੱਖ ਕੇ, ਅਸੀਂ ਕਿਸੇ ਨੂੰ ਪੁੱਛਿਆ ਵੀ ਤੁਹਾਨੂੰ ਸਪੀਚ ਕਿੱਦਾਂ ਲੱਗਿਆ, ਉਹ ਕਹਿੰਦੇ ਬਹੁਤ ਇਮੋਸ਼ਨਲ ਸੀ ਵੀ ਤੁਸੀਂ ਆਪਣੀ ਪਰਸਨਲ ਐਕਸਪੀਰੀਅੰਸ ਰੱਖ ਕੇ ਤਾਂ ਹੋਰ ਦਾ ਧਰਮ ਬਚਾਉਣ ਲਈ ਸਾਡੇ ਗੁਰੂ ਨੇ ਕੁਰਬਾਨੀਆਂ ਵੀ ਦਿੱਤੀਆਂ। ਉਹੀ ਤੁਸੀਂ ਐਗਜ਼ਾਮਪਲ ਲੈ ਕੇ ਸਾਰੀ ਦੁਨੀਆ ਭਰ ਦੀ ਜਿਹੜੀ ਮਦਰ ਆਫ ਆਲ ਪਾਰਲੀਮੈਂਟਸ, ਹਾਊਸ ਆਫ ਪਾਰਲੀਮੈਂਟ ਇੰਗਲੈਂਡ ਦੀ, ਉਸ ਤੁਸੀਂ ਸਰਦਾਰ ਹੋ ਕੇ ਖੜ ਕੇ ਗੱਲ ਕੀਤੀ। ਇਹ ਬਹੁਤ ਵਧੀਆ ਗੱਲ ਸੀ। ਇਹ ਤੁਸੀਂ ਵਧਾਈ ਦੇ ਪਾਤਰ ਰਹੇਗੇ। ਐਂਡ ਕਈ ਆਪਣੇ ਬੰਦੇ ਹੁਣ ਕੁਰਸੀ ਲੈ ਲੈਂਦੇ ਜਾਂ ਪੋਜੀਸ਼ਨ ਲੈ ਲੈਂਦੇ, ਕੋਈ ਕੰਮ ਨਹੀਂ ਕਰਦੇ, ਪਰ ਤੁਸੀਂ ਕਾਫੀ ਵਧੀਆ ਕੀਤਾ ਸਿੱਖਾਂ ਦੀ ਸ਼ਾਨ ਵਧਾਉਣ ਲਈ। ਬਹੁਤ ਬਹੁਤ ਮੈਂ ਸ਼ੁਕਰਗੁਜ਼ਾਰ ਹਾਂ ਤੁਹਾਡਾ, ਜਿੰਨੇ ਵੀ ਸਿੱਖ ਚੈਨਲ ਦੇ ਦਰਸ਼ਕ ਨੇ। ਜਿੱਦਾਂ ਮੈਂ ਪਹਿਲਾਂ ਵੀ ਕਹਿ ਚੁੱਕਾ, ਤੁਸੀਂ ਜਿੰਨੀ ਸੇਵਾ ਤੁਸੀਂ ਸਿੱਖ ਕੌਮ ਲਈ ਕੀਤੀ ਆ, ਸਾਡੇ ਵਰਗੇ ਤਾਂ ਮੈਨੂੰ ਨਹੀਂ ਲੱਗਦਾ ਅਸੀਂ ਕਰ ਸਕਦੇ ਹਾਂ। ਤੁਸੀਂ ਹੁਣ 10 ਸਾਲਾਂ ਤੋਂ ਵੱਧ ਹੋ ਗਿਆ ਤੁਸੀਂ ਜਿਹੜੀ ਸੇਵਾ ਨਿਭਾ ਰਹੇ ਆ, ਪਰ ਜਿਹੜਾ ਸਾਡੇ ਵਰਗਿਆਂ ਦਾ ਜਿਹੜਾ ਫਰਜ਼ ਬਣਦਾ, ਜਿੱਦਾਂ ਤੁਸੀਂ ਕਿਹਾ ਵੀ ਜਿਹੜੇ ਤੁਹਾਡੇ ਦਰਸ਼ਕ ਨੇ, ਜਿਹੜੇ ਇੱਥੇ ਸਲੋਹ ਦੇ ਨਗਰ ਨਿਵਾਸੀ ਨੇ, ਹੋਰ ਵੀ ਬਹੁਤ ਸਾਰੇ, ਉਹਨਾਂ ਨੇ ਤਾਂ ਚਲੋ ਵੋਟਾਂ ਪਾ ਕੇ ਜਿਤਾਇਆ, ਜਿਹੜੇ ਬਾਹਰੋਂ ਵੀ ਜਿਹੜੇ ਸਾਰੇ ਆਏ ਸੀਗੇ, ਬਰਮਿੰਗਮ ਤੋਂ, ਕੋਈ ਗ੍ਰੇਵਜ਼ੈਂਡ ਤੋਂ, ਕੋਈ ਲੰਡਨ ਤੋਂ, ਕੋਈ ਹੋਰ ਪਾਸਿਓਂ ਸਾਊਥ ਹਾਲ ਤੋਂ, ਉਹ ਸਾਰੇ ਇੱਥੇ ਆ ਕੇ ਉਹਨਾਂ ਨੇ ਉਹ 2017 ਦੇ ਵਿੱਚ ਜਿਹੜੀ ਚੋਣ ਮੁਹਿੰਮ ਸੀਗੀ ਉਹਦੇ ਵਿੱਚ ਉਹਨਾਂ ਨੇ ਬਹੁਤ ਵੱਡਮੁੱਲਾ ਜਿਹੜਾ ਯੋਗਦਾਨ ਪਾਇਆ। ਮੈਂ ਉਹਨਾਂ ਦਾ ਵੀ ਦੋਨਾਂ ਹੱਥ ਜੋੜ ਕੇ ਧੰਨਵਾਦ ਕਰਦਾ ਹਾਂ। ਤਾਂ ਉਹਨਾਂ ਦੀਆਂ ਜਿਹੜੀਆਂ ਆਸਾਂ ਸੀਗੀਆਂ ਵੀ ਜੇ ਅਸੀਂ ਕੋਈ ਸਿੰਘ ਪਾਰਲੀਮੈਂਟ ਦੇ ਵਿੱਚ ਭੇਜਣਾ ਤਾਂ ਇਹ ਜਾ ਕੇ ਗਰਜੂਗਾ ਵੀ, ਉੱਥੇ ਜਾ ਕੇ ਕੁਛ ਕਰਕੇ ਵੀ ਦਿਖਾਊਗਾ। ਸੋ ਇਹ ਜਿਹੜੀ ਜ਼ਿੰਮੇਵਾਰੀ ਆ, ਇਹਦਾ ਅਹਿਸਾਸ ਮੈਨੂੰ ਬਾਖੂਬੀ ਹੈਗਾ ਆ। ਬਲ ਸਾਹਿਬ, ਮੈਂ ਇਸ ਗੱਲ ਦੇ ਪ੍ਰਤੀ ਵੀ ਮੈਂ ਬਹੁਤ ਜਦੋਂ ਮੈਂ ਪਹਿਲਾਂ ਹੀ ਕਿਹਾ ਸੀਗਾ ਵੀ ਮੇਰਾ ਜਿਹੜਾ ਸੇਵਾ ਕਰਨ ਦਾ ਜਿਹੜਾ ਤੌਰ ਤਰੀਕਾ ਹੋਣਾ ਉਹ ਕੁਛ ਅਲੱਗ ਹੋਣਾ ਆ। ਮੈਂ ਇਹ ਨਹੀਂ ਗਾ ਵੀ ਚਲੋ ਦੇਖੋ ਲੋਕਾਂ ਦੇ ਬਹੁਤ ਸਾਰੇ ਜਨਮ ਦਿਨ ਵੀ ਹੁੰਦੇ ਨੇ, ਅਖੰਡ ਪਾਠ ਸਾਹਿਬ ਵੀ ਹੁੰਦੇ ਨੇ, ਵਿਆਹ ਸ਼ਾਦੀਆਂ ਵੀ ਹੁੰਦੀਆਂ ਆ, ਕਈ ਸਮਾਗਮ ਆ, ਪਰ ਮੈਂ ਉਹ ਥੋੜ੍ਹਾ ਬਹੁਤਾ ਉਹਨਾਂ ਨੂੰ ਕਿਤੇ ਨਾ ਕਿਤੇ ਹਾਜ਼ਰੀ ਲਾ ਕੇ ਮੈਂ ਜ਼ਿਆਦਾਤਰ ਇਹ ਕੋਸ਼ਿਸ਼ ਕਰਨਾ ਚਾਹੁੰਦਾ ਹਾਂ ਕਿ ਜੇ ਆਪਾਂ ਸਰਦਾਰ ਉੱਥੇ ਭੇਜਿਆ ਵੀ ਉਹ ਕੁਛ ਖੋਜ ਕਰਕੇ, ਰਿਸਰਚ ਕਰਕੇ ਅਲੱਗ-ਅਲੱਗ ਵਿਸ਼ਿਆਂ 'ਤੇ ਗੱਲ ਕਰੇ। ਹੁਣ ਤੱਕ ਤੁਸੀਂ ਦੇਖਿਆ ਹੋਣਾ ਪਿਛਲੇ 2 ਸਾਲਾਂ ਦੇ ਵਿੱਚ ਦਰਜਨਾਂ ਅਲੱਗ-ਅਲੱਗ ਜਿਹੜੇ ਵਿਸ਼ੇ ਨੇ ਉਹਨਾਂ 'ਤੇ ਮੈਂ ਆਪਣੇ ਤਕਰੀਰ ਕੀਤੀ ਆ, ਉੱਥੇ ਭਾਸ਼ਣ ਦਿੱਤੇ ਆ, ਪਾਰਲੀਮੈਂਟ ਦੇ ਵਿੱਚ ਵੀ, ਬਾਹਰ ਵੀ। ਕੋਈ ਵੀ ਸਿੱਖ ਮਸਲੇ ਹੁੰਦੇ ਆ, ਹੁਣ ਤੁਹਾਨੂੰ ਪਤਾ ਸਿੱਖ ਚੈਨਲ ਜਦੋਂ ਦੇਖੋ ਉੱਥੇ ਜਿਹੜਾ ਮੇਰਾ ਮਹਿਮਾਨ ਆਇਆ ਸੀਗਾ ਬਾਹਰ, ਕਿਸੇ ਨੇ ਉਹਦੀ ਦਸਤਾਰ ਲਾਉਣ ਦੀ ਕੋਸ਼ਿਸ਼ ਕੀਤੀ, ਆਪਾਂ ਉਹ ਮਸਲਾ ਜਿਹੜਾ ਸੀਗਾ ਅਗਲੇ ਦਿਨ ਮੈਂ ਜਾ ਕੇ ਸਪੀਕਰ ਸਾਹਿਬ ਦੇ ਸਾਹਮਣੇ ਉਹ ਉਠਾਇਆ ਕਿ ਦੇਖੋ ਕਿੰਨੀ ਮਾੜੀ ਗੱਲ ਆ। ਪਰ ਇਹ ਵੀ ਤੁਹਾਡੇ ਸਾਰਿਆਂ ਨੂੰ ਮੈਂ ਦੱਸ ਦਿੰਦਾ ਹਾਂ, ਤੁਹਾਨੂੰ ਜਿਹੜੇ ਤੁਹਾਡੇ ਪ੍ਰੈਜ਼ੈਂਟਰ ਸੀਗੇ ਕੈਮ ਸਿੰਘ ਹੁਣੀ, ਤੁਸੀਂ ਸਾਰਿਆਂ ਨੇ ਆਪਾਂ ਰਲ ਮਿਲ ਕੇ ਜਦੋਂ ਵਿਚਾਰ ਕੀਤਾ ਕਿ ਕਿਉਂ ਨਾ ਆਪਾਂ ਪਾਰਲੀਮੈਂਟ ਦੇ ਵਿੱਚ ਹੀ ਇੱਕ ਦਸਤਾਰ ਜਾਗਰਤੀ ਦਿਨ ਕਰੀਏ। ਕਿਸੇ ਨੇ ਇੱਕ ਬੰਦੇ ਦੀ ਦਸਤਾਰ ਲਾਉਣ ਦੀ ਕੋਸ਼ਿਸ਼ ਕੀਤੀ, ਆਪਾਂ ਦਰਜਨਾਂ ਐਮਪੀਆਂ ਦੇ ਦਸਤਾਰਾਂ ਪਹਿਨਾਤੀਆਂ। ਉਹ ਵੀ ਸਾਰੀ ਦੁਨੀਆ ਵਿੱਚ ਪ੍ਰੋਗਰਾਮ ਕਿਹਾ, ਇਹਨੇ ਐਮਪੀਆਂ ਨੇ ਕਦੀ ਦਸਤਾਰ ਬੰਨੀ ਨਾ ਸੀ। ਬਹੁਤ ਹਿਸਟੋਰਿਕ ਪ੍ਰੋਗਰਾਮ ਉਹ ਅਸੀਂ ਦੁਬਾਰਾ ਕਰੂੰਗੇ। ਜਿਹੜਾ ਬੋਰਿਸ ਜੌਨਸਨ ਆ ਪ੍ਰਾਈਮ ਮਿਨਿਸਟਰ, ਉਹਦਾ ਜਵਾਬ ਵੀ ਆਇਆ ਸੀ ਤੁਹਾਡੇ ਸਵਾਲ ਦਾ, ਉਹਦੇ ਵਿੱਚ ਉਹਨੇ ਵੀ ਜ਼ਿਕਰ ਕੀਤਾ ਵੀ ਮੈਂ ਵੀ ਸਿੱਖਾਂ ਨਾਲ ਜੁੜਿਆ ਹੈਗਾ, ਇਸ ਕਰਕੇ ਸਿੱਖਾਂ ਦੀ ਮਾਨ ਡਬਲ ਮਾਨ ਹੋਈ। ਦੇਖੋ ਮੈਂ ਤਾਂ ਜਿਹੜਾ ਪ੍ਰਧਾਨ ਮੰਤਰੀ ਸਾਹਿਬ ਜਿਹੜਾ ਸਵਾਲ ਸੀਗਾ, ਜਿਹੜਾ ਜਵਾਬ ਸੀਗਾ ਸਵਾਲ ਦਾ, ਉਹ ਮੈਂ ਤਾਂ ਸਮਝਦਾ ਕਿ ਬੇਹੱਦ ਘਟੀਆ ਸੀਗਾ। ਕਿ ਦੇਖੋ ਜੇ ਮੈਂ ਕਹਾਂ ਵੀ ਦੇਖੋ ਮੈਂ ਕਿਸੇ ਹੁਣ ਉਹਨਾਂ ਨੇ ਇਹ ਕਿਹਾ ਵੀ ਮੇਰੇ ਮੁਸਲਮਾਨ ਵੀ ਰਿਸ਼ਤੇਦਾਰ ਹੈਗੇ ਨੇ, ਮੇਰੇ ਸਿੱਖ ਵੀ ਰਿਸ਼ਤੇਦਾਰ, ਉਹਨਾਂ ਦੀ ਜਿਹੜੀ ਸਾਬਕਾ ਪਤਨੀ ਸੀਗੀ ਉਹ ਵੀ ਮਤਲਬ ਹਾਫ ਸਿੱਖ ਅਤੇ ਹਾਫ ਵਾਈਟ ਬ੍ਰਿਟਿਸ਼ ਸੀ ਵੀ ਉਹ। ਮੈਂ ਕਿਹਾ ਲੋਕ ਮੇਰੇ ਵਰਗੇ ਨੂੰ, ਮੈਂ ਕਿਹਾ ਤੁਹਾਡਾ ਫੈਮਿਲੀ ਟਰੀ ਇੱਥੇ ਜਾਣਨ ਲਈ ਨਹੀਂ ਮੈਂ ਆਇਆ ਵੀ ਹੁਣ ਮੇਰੇ ਵੀ ਜਿਹੜੇ ਰਿਸ਼ਤੇਦਾਰ ਆ ਉਹਨਾਂ ਦੇ ਵਿੱਚ ਵੀ ਆਪਣੇ ਸਕੌਟਿਸ਼ ਗੋਰੇ ਵੀ ਹੈਗੇ ਨੇ, ਪੋਲਿਸ਼ ਵੀ ਹੈਗੇ ਨੇ, ਅੰਗਲੀਆਂ ਸੰਗਲੀਆਂ ਤਕਰੀਬਨ ਹਰ ਇੱਕ ਪਰਿਵਾਰਾਂ ਦੇ ਵਿੱਚ ਜਿਹੜਾ ਹੁੰਦਾ ਆ ਵੀ ਇਹ ਕਿਤੇ ਨਾ ਕਿਤੇ ਹੋ ਜਾਂਦਾ। ਪਰ ਇਹਦਾ ਮਤਲਬ ਇਹ ਨਹੀਂਗਾ ਵੀ ਮੈਂ ਪੋਲਿਸ਼ ਲੋਕਾਂ ਦੇ ਨਾਲ ਖਿਲਾਫ ਜਾਂ ਜਿਹੜੇ ਇੱਥੇ ਸਕੌਟਿਸ਼ ਜਾਂ ਵਾਈਟ ਲੋਕੀ ਆ ਵੀ ਉਹਨਾਂ ਦੇ ਖਿਲਾਫ ਮੈਂ ਮਾੜੇ ਜਿਹੜੇ ਨਸਲ ਭਰੇ, ਨਫ਼ਰਤ ਭਰੇ ਲਫ਼ਜ਼ ਵਰਤ ਸਕਦਾ। ਇਹ ਗੱਲ ਇਹ ਨਹੀਂ ਬਣਦੀ। ਉਹਨਾਂ ਦਾ ਮਤਲਬ ਇਹ ਸੀਗਾ ਵੀ ਜਦੋਂ ਮੈਂ ਗੱਲ ਆਖ ਦਿੱਤੀ ਆ, ਉਹਨਾਂ ਨੂੰ ਆਪਣੀ ਗਲਤੀ ਮਹਿਸੂਸ ਕਰਕੇ ਤਾਂ ਉੱਥੇ ਮਾफ़ੀ ਮੰਗਣੀ ਚਾਹੀਦੀ ਸੀ। ਪਰ ਮੈਂ ਸਮਝਦਾ ਹਾਂ ਕਿ ਲੋਕਾਂ ਨੇ ਜਿਹੜਾ ਤੁਸੀਂ ਕਿਹਾ ਵੀ ਸਾਰੇ ਪਾਸੇ ਜਿੱਦਾਂ ਫੈਲੀ, ਮੈਂ ਤਾਂ ਹੈਰਾਨ ਹੋ ਗਿਆ ਵੀ ਲੱਖਾਂ ਨਹੀਂ ਕਰੋੜਾਂ ਦੇ ਹਿਸਾਬ ਨਾਲ ਵੀ ਵਿਊਜ਼ ਹੋਈਆਂ। ਜਿਹੜਾ ਫੇਸਬੁੱਕ 'ਤੇ, ਟਵਿੱਟਰ 'ਤੇ ਮੈਂ ਦੇਖਿਆ, ਬਾਅਦ 'ਚੋਂ ਅਸੀਂ ਇੰਸਟਾਗ੍ਰਾਮ
YouTube ਤੇ ਦੇਖਿਆ ਲੋਕਾਂ ਨੇ ਮੀਮਸ ਵਗੈਰਾ ਵੀ ਬਣਾ ਕੇ ਜਾਂ ਦੁਨੀਆ ਵੀਡੀਓ ਭਰ ਚਲ ਗਿਆ। ਅਲੱਗ-ਅਲੱਗ ਹਾਂਜੀ, ਤੁਹਾਨੂੰ ਕੀ ਰਿਸਪੌਂਸ ਈਮੇਲ ਵੀ ਆਏ, ਕੋਈ ਤੁਹਾਨੂੰ ਲੋਕਾਂ ਦੀ ਵਧਾਈਆਂ ਆਈਆਂ, ਕਾਫੀ ਲੋਕਾਂ ਦੇ ਰਿਸਪੌਂਸ ਆਇਆ? ਈਮੇਲਾਂ ਤਾਂ ਮੈਂ ਤੁਹਾਨੂੰ ਕਹਾਂ ਬਲ ਸਾਹਿਬ ਵੀ ਜਿਹੜੇ ਈਮੇਲਾਂ ਮੈਸੇਜ ਵਗੈਰਾ ਹਜ਼ਾਰਾਂ ਦੇ ਹਿਸਾਬ ਨਾਲ ਆਏ, ਜਿਨ੍ਹਾਂ ਦੇ ਸਾਰਿਆਂ ਨੇ ਭੇਜੇ ਆ ਦੋਨਾਂ ਹੱਥ ਜੋੜ ਕੇ ਮੈਂ ਤੁਹਾਡੇ ਤੋਂ ਧੰਨਵਾਦ ਕਰਦਾ, ਪਰ ਨਾਲ ਦੀ ਨਾਲ ਮਾਫੀ ਵੀ ਮੰਗ ਲੈਂਦਾ ਆ ਕਿ ਹਰ ਇੱਕ ਦਾ ਜਵਾਬ ਦੇਣਾ ਵੀ ਹੁਣ ਮੁਸ਼ਕਿਲ ਦਾ ਕੀ ਨਾਮੁਮਕਿਨ ਜਿਹਾ ਹੋ ਗਿਆ ਕਰਕੇ ਇੰਨਾ ਸਾਰਿਆਂ ਦਾ ਪਿਆਰ ਮਿਲਿਆ, ਉਹਦੇ ਲਈ ਵੀ ਮੈਂ ਧੰਨਵਾਦੀ ਹਾਂ। ਜਿਹੜੇ ਅਲੱਗ-ਅਲੱਗ ਜਿਹੜੇ ਚੈਨਲਸ ਨੇ ਦਿਖਾਇਆ, ਤੁਸੀਂ ਵੀ ਦਿਖਾਇਆ, ਦੁਨੀਆ ਭਰ ਜਿੱਦਾਂ ਅਸੀਂ ਕਹਿੰਦੇ ਆ ਵੀ ਉੱਧਰ ਆਪਣੇ ਟਵਿੱਟਰ 'ਤੇ ਵੀ ਜਿਹੜੇ ਹਾਲੀਵੁੱਡ ਐਕਟਰ ਸੀਗੇ, ਉੱਧਰੋਂ ਆਪਣੇ ਕਈ MP ਜਿਹੜੇ ਗਵਰਨਰ ਜਾਂ ਸੈਨੇਟਰ ਵੀ ਉੱਥੇ ਅਮਰੀਕਾ ਜਾਂ ਹੋਰ ਦੇਸ਼ਾਂ ਜਿਹੜੇ ਆਸਟ੍ਰੇਲੀਆ ਵਗੈਰਾ, ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਹਾਂ। ਜਿੰਨੇ ਵੀ ਇਨਫਲੂਐਂਸਰ ਜਿਹੜੇ ਹੁੰਦੇ ਆ ਸੋਸ਼ਲ ਮੀਡੀਆ 'ਤੇ ਜਿਹੜੇ ਪ੍ਰਭਾਵਸ਼ਾਲੀ ਜਿਹੜੇ ਵਿਅਕਤੀ ਹੁੰਦੇ ਆ, ਹਾਂਜੀ ਬਿਲਕੁਲ ਜਿਹੜੇ ਖਿਡਾਰੀ ਵੀ ਆ, ਗੈਰੀ ਲਿਨਕਰ ਵਗੈਰਾ, ਇਹਨਾਂ ਸਾਰਿਆਂ ਦਾ ਵੀ ਬਹੁਤ ਚਲੋ ਉਹਨਾਂ ਨੂੰ ਚੰਗੀ ਲੱਗੀ ਗੱਲ। ਇਹ ਜਿੱਦਾਂ ਤੁਸੀਂ ਕਿਹਾ, ਇਹ ਆਪਣੇ ਸਾਰਿਆਂ ਲਈ ਫਖਰ ਵਾਲੀ ਗੱਲ ਆ ਵੀ ਜੇ ਆਪਾਂ ਇੱਕ ਸਿੰਘ ਉੱਥੇ ਭੇਜਿਆ ਆ ਤਾਂ ਉਹਦੇ ਨਾਲ ਆਪਾਂ ਜਦੋਂ ਹੋਰ ਨਾਲ ਹੀ ਖੜੇ ਹੁੰਦੇ ਆ, ਜਿੱਦਾਂ ਤੁਸੀਂ ਕਿਹਾ ਜੇ ਆਪਾਂ ਗੁਰੂ ਨਾਨਕ ਦੇਵ ਜੀ ਦੀ ਸੋਚ 'ਤੇ ਪਹਿਰਾ ਦੇਣਾ ਆ ਤਾਂ ਉਹਦੇ ਨਾਲ ਉਹ ਪਹਿਰਾ ਦੇਣ ਦੇ ਨਾਲ ਆਪਣਾ ਜਿਹੜਾ ਕੱਦ ਆ ਦੁਨੀਆ ਭਰ ਦੇ ਵਿੱਚ ਵੱਧਦਾ ਆ ਵੀ ਆਪਾਂ ਉਹ ਸੋਚ ਨੂੰ ਬਰਕਰਾਰ ਰੱਖਣਾ, ਕਿਉਂਕਿ ਮੇਰੇ ਪਾਤਸ਼ਾਹ ਨੇ ਖੁਦ ਕਿਹਾ ਆ ਕਿ ਸਾਚ ਕਹੋ ਸੁਣ ਲਿਓ ਸਬੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਕਿ ਜੇ ਤੁਸੀਂ ਰੱਬ ਨੂੰ ਪ੍ਰਾਪਤ ਕਰਨਾ ਆ ਤੇ ਇਹ ਸੱਚਾਈ ਮੈਂ ਬੋਲ ਰਿਹਾ ਕਿ ਸਾਰੇ ਸੁਣ ਲਓ ਵੀ ਰੱਬ ਦਾ ਰਸਤਾ ਉਹ ਪਿਆਰ ਦੇ ਰਾਹੀਂ ਜਾਂਦਾ, ਵੀ ਜੇ ਅਸੀਂ ਪਿਆਰ ਨਹੀਂ ਸਿੱਖਣਾ ਇਹਦਾ ਤਾਂ ਫਿਰ ਆਪਾਂ ਉਹ ਰੱਬ ਦਾ ਰਸਤਾ ਵੀ ਨਹੀਂ ਇਖਤਿਆਰ ਕਰ ਸਕਦੇ। ਪਰ ਇਹਦੇ ਨਾਲ ਨਾਲ ਚਲੋ ਸਾਰਾ ਧੰਨਵਾਦ ਵੀ, ਪਰ ਕੁਝ ਨਫ਼ਰਤ ਭਰੇ ਬੰਦੇ ਵੀ ਸੀਗੇ ਜਿਨ੍ਹਾਂ ਨੇ ਅੱਛਾ ਨਫ਼ਰਤ ਵੀ ਕੀਤਾ ਕਿਸੇ ਨੇ ਇਸ ਗੱਲ ਦਾ? ਬਿਲਕੁਲ ਜੀ ਬਿਲਕੁਲ। ਤੁਸੀਂ ਤੁਹਾਡੇ ਜਿਹੜੇ ਦਰਸ਼ਕ ਆ ਫੇਸਬੁੱਕ ਤੇ ਟਵਿੱਟਰ 'ਤੇ ਵੀ ਦੇਖ ਸਕਦੇ ਆ, ਜਿਹੜੇ ਕਈ ਇੱਥੇ ਆਪਣੇ ਸੀਗੇ, ਇੱਕ ਤਾਂ ਸੀ ਕੇਟੀ ਹੌਪਕਿੰਸ, ਉਹ ਵੀ ਬਹੁਤ ਰਾਈਟ ਵਿੰਗ ਆ, ਜੂਲੀਆ ਹਾਰਟਲੀ ਬਰੂਅਰ ਆ, ਕਈ ਜਿਹੜੇ ਹੋਰ ਵੀ ਜਿਹੜੇ RSS ਦੇ ਕੁਝ ਬੰਦੇ ਸੀ, ਕੁਝ ਕਈਆਂ ਨੇ ਕਿਹਾ ਲੈ ਲਓ ਜੀ ਇਹ ਵੀ ਹੁਣ ਮੁਸਲਮਾਨਾਂ ਦੀ ਗੱਲ ਕਰ ਰਿਹਾ, ਸਿੱਖਾਂ ਦੀ, ਵੀ ਹਿੰਦੂਆਂ ਦੀ ਕਿਉਂ ਨਹੀਂ ਗੱਲ ਕਰ ਰਿਹਾ? ਮੁਸਲਮਾਨ ਦੀ ਗੱਲ ਕਰਦੇ, ਤੁਸੀਂ ਸਾਰੇ ਦੀ ਗੱਲ ਕਰਦੇ, ਕੋਈ ਵੀ ਹੋਵੇ, ਆਪਾਂ ਹਰ ਇੱਕ ਦੀ ਗੱਲ ਕਰਦੇ ਹਾਂ। ਜੇ ਕਿਸੇ ਹਿੰਦੂ ਨੇ ਤਿਲਕ ਪਾਇਆ ਹੋਵੇ ਤਾਂ ਉਹਦੇ ਖਿਲਾਫ ਕੋਈ ਗੱਲ ਕਰੇ ਤਾਂ ਉਹਦੇ ਲਈ ਮੈਂ ਖੜਾ ਹੁੰਦਾ ਆ। ਪਰ ਦੇਖੋ ਉਹਨਾਂ ਲੋਕਾਂ ਨੇ ਇਹ ਕਿਹਾ ਵੀ ਲੈ ਲਓ ਤੁਸੀਂ ਵੀ ਇੱਥੇ ਜਿਹੜੇ ਮੁਸਲਿਮ ਜਿਹੜੇ ਜਿਨ੍ਹਾਂ ਨੇ ਮਾੜੀਆਂ ਕਾਰਵਾਈਆਂ ਕੀਤੀਆਂ ਆ, ਵੀ ਜਿਹੜੇ ਗਰੂਮਿੰਗ ਗੈਂਗਸ ਆ, ਉਹਨਾਂ ਦੇ ਬਾਰੇ ਗੱਲ ਨਹੀਂ ਕੀਤੀ, ਵੀ ਇਹ ਕਿੰਨੀ ਗਲਤ ਗੱਲ ਹੈ। ਇਹ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ, ਕਰਕੇ ਇਹ ਵੀ ਜਿਹੜੇ ਮਸਲੇ ਨੇ ਉਹ ਪਾਰਲੀਮੈਂਟ ਦੇ ਵਿੱਚ ਉੱਠੇ ਨੇ। ਪਰ ਆਪਾਂ ਚਾਹੇ ਉਹ ਆਪਣੇ ਗਰੂਮਿੰਗ ਗੈਂਗਸ ਦਾ ਆ, ਚਾਹੇ ਪਰ ਆਪਾਂ ਨੂੰ ਇਹ ਵੀ ਗੱਲ ਚੇਤੇ ਰੱਖਣ ਦੀ ਲੋੜ ਹੈ ਕਿ ਸਾਰੀ ਦੁਨੀਆ 'ਚ ਤਾਂ ਫਿਲੀ ਗੱਲ ਕਿ ਤੁਸੀਂ ਹੋਰ ਕਿਸੇ ਦੀ ਗੱਲ ਮਦਦ ਦੀ ਗੱਲ ਕੀਤੀ। ਬਿਲਕੁਲ ਜੇ ਤੁਸੀਂ ਆਪਣੀ ਗੱਲ ਕਰਦੇ ਬਹੁਤ ਸੌਖਾ ਆ, ਉਹ ਦੁਨੀਆ ਭਰ ਨੱਸ ਜਾਣੀ। ਜਿਹੜੀ ਸਿੱਖਣ ਦੀ ਸ਼ਾਨ ਵਧੀ, ਸਿੱਖ ਆਈਡੈਂਟੀਟੀ ਦੁਨੀਆ ਭਰ ਚਲ ਗਈ ਕਿ ਤੁਸੀਂ ਸਰਬੱਤ ਭਲੇ ਦੀ ਗੱਲ ਕੀਤੀ। ਹਾਂਜੀ ਇਹ ਪ੍ਰਬਲ ਸਾਹਿਬ ਮੈਂ ਇੱਕ ਗੱਲ ਸਾਫ਼ ਕਰਨਾ ਚਾਹੁੰਦਾ ਤੁਹਾਡੇ ਦਰਸ਼ਕਾਂ ਦੇ ਨਾਲ ਵੀ ਜਿਹੜਾ ਕੋਈ ਇੱਦਾਂ ਦੀ ਨਫ਼ਰਤ ਜਿਹੜਾ ਫੈਲਾਉਂਦਾ ਹੁੰਦਾ ਆ, ਜਿਹੜੇ ਹੁਣ ਆਪਾਂ ਕੇਟੀ ਹੌਪਕਿੰਸ ਵਗੈਰਾ ਗੱਲ ਕੀਤੀ, ਉਹ ਚਾਹੁੰਦੇ ਆ ਵੀ ਸਿੱਖਾਂ ਦੇ ਵਿੱਚ ਤਾਂ ਚਾਹੇ ਉਹ ਮੁਸਲਮਾਨਾਂ ਦੇ ਵਿੱਚ ਜਾਂ ਕਈ ਹੋਰ ਨਾ ਭਾਈਚਾਰਿਆਂ ਦੇ ਵਿੱਚ ਪਾੜਾ ਪਵੇ। ਉਹ ਕਹਿ ਰਹੇ ਆ ਵੀ ਦੇਖੋ ਚਾਹੇ ਦੇਖੋ ਆ ਗਰੂਮਿੰਗ ਗੈਂਗ ਦਾ ਮਸਲਾ ਆ, ਜੇ ਵੀ ਉਹਦੇ ਵਿੱਚ ਵੀ ਕਈ ਹੋਰ ਨਾ ਕਿ ਸਿਰਫ ਇੱਕ ਭਾਈਚਾਰਾ, ਉਹਨਾਂ ਦੇ ਜਿਹੜੇ ਮੁਜਰਮ ਵੀ ਸੀਗੇ ਉਹ ਇੱਕ ਭਾਈਚਾਰੇ 'ਚੋਂ, ਕਈ ਭਾਈਚਾਰਿਆਂ 'ਚੋਂ ਹੋਗਾ ਜਿਹੜੇ ਮਾੜੇ ਹੁੰਦੇ ਆ। ਜੇ ਆਪਾਂ ਕਿਸੇ ਲਈ ਮਾੜੇ ਲੇਖ ਲਿਖਦੇ ਹਾਂ ਨਾ ਤਾਂ ਇਹ ਵੀ ਗੱਲ ਵਧੀਆ ਨਹੀਂ, ਆਪਾਂ ਨੂੰ ਪਹਿਲਾਂ ਆਪਣੇ ਗਿਰੇਬਾਨ ਦੇ ਵਿੱਚ ਝਾਕਣਾ ਚਾਹੀਦਾ। ਜਿੱਦਾਂ ਮੇਰੇ ਪਾਤਸ਼ਾਹ ਨੇ ਫਰਮਾਇਆ ਆ ਕਿ ਜੇ ਤੂੰ ਅਕਲ ਲਤੀਫ ਹੈ ਕਾਲੇ ਲਿਖਣਾ ਲੇਖ, ਆਪਣੇ ਗਿਰੇਬਾਨ ਮੇਂ ਭੀਤਰ ਪਹਿਲਾਂ ਝਾਕੀ ਦਾ ਹੁੰਦਾ ਵੀ ਆਪਣੇ ਗਿਰੇਬਾਨ ਦੇ ਵਿੱਚ ਆਪਾਂ ਜਦ ਤੱਕ ਝਾਕਦੇ ਨੇਗੇ ਵੀ ਤੁਰਿਆ ਤੁਰਿਆ ਜਾ ਫਰੀਦਾ, ਤੁਰਿਆ ਤੁਰਿਆ ਜਾ। ਸੋ ਆਪਾਂ ਨੂੰ ਕਿਸੇ ਹੋਰ ਦੇ ਬਾਰੇ ਮਾੜਾ ਕੁਝ ਕਹਿਣ ਤੋਂ ਪਹਿਲਾਂ ਆਪਣੇ ਆਪ ਅੰਦਰ ਵੀ ਆਪਣੇ ਗਿਰੇਬਾਨ ਦੇ ਵਿੱਚ ਵੀ ਝਾਕਣਾ ਚਾਹੀਦਾ ਕਿ ਆਪਾਂ ਜੇ ਦੇਖੀਏ ਵੀ ਜਿਹੜੇ ਕੋਈ ਮਾੜੇ ਕੰਮ ਹੁੰਦੇ ਆ, ਇਹ ਕਈ ਦਫਾ ਕੋਈ ਸਿੱਖ ਵੀ ਕੋਈ ਵੀ ਕਰ ਸਕਦਾ, ਕੋਈ ਗੋਰਾ ਹੋਵੇ ਕਾਲਾ ਹੋਵੇ ਕੋਈ ਵੀ ਕਰ ਸਕਦਾ, ਪਰ ਆਪਾਂ ਇਹ ਨਹੀਂ ਗਾ ਵੀ ਕੋਈ ਇੱਕ ਸਾਰੀ ਕਮਿਊਨਿਟੀ ਮਾੜੀ ਆ। ਆਪਣਾ ਫਰਜ਼ ਆ ਵੀ ਆਪਾਂ ਗੁਰੂ ਸਾਹਿਬ ਜਿਹੜਾ ਦਰਸਾਇਆ ਹੋਇਆ ਮਾਰ ਗਿਆ ਵੀ ਨਾਲ ਜੋੜੋ, ਇਨਸਾਨੀਅਤ ਵਾਕਈ ਇੱਕ ਆ, ਵੀ ਮਾਨਸ ਕੀ ਹੈ ਜਾਤ ਸਭ ਇੱਕ ਪਹਿਚਾਨਵੋ। ਸੋ ਉਹਨਾਂ ਚੀਜ਼ਾਂ 'ਤੇ ਪਹਿਰਾ ਮੈਂ ਦਿੰਦਾ ਆ, ਅੱਗੇ ਤੋਂ ਵੀ ਦਊਂਗਾ, ਚਾਹੇ ਜਿਹੜੇ ਮਾੜੇ ਸ਼ਬਦ ਜਿਹੜੇ ਵਰਤ ਰਹੇ ਆ ਉਹ ਚਾਹੇ ਜੋ ਮਰਜ਼ੀ ਕਹੀ ਜਾਣ, ਪਰ ਆਪਾਂ ਗੁਰੂ ਸਾਹਿਬ 'ਤੇ ਦੀ ਸੋਚ 'ਤੇ ਪਹਿਰਾ ਦੇਣਾ। ਇਸ ਵੇਲੇ ਤੁਹਾਨੂੰ ਕਾਫੀ ਲੰਮੀ ਛੁੱਟੀ ਮਿਲ ਗਈ,
ਬਿਕਾਜ਼ ਜਿਹੜੀ ਪਾਰਲੀਮੈਂਟ ਆ ਉਹ ਬੰਦ ਹੋ ਗਈ 5 ਹਫ਼ਤੇ ਤੁਹਾਨੂੰ ਆਮ ਬੰਦੇ ਨੂੰ ਤਾਂ ਹਫ਼ਤਾ ਛੁੱਟੀ ਬਹੁਤ ਹੁੰਦੀ ਸਿੱਖ ਜਾਣ ਤਾਂ ਸਾਨੂੰ ਕਦੇ ਛੁੱਟੀ ਮਿਲਦੀ ਨਹੀਂ ਦੇਖੋ ਬਲ ਸਾਹਿਬ ਜਿਹੜੇ ਹੁਣ 5 ਹਫ਼ਤੇ ਸਾਨੂੰ ਛੁੱਟੀ ਬਾਅਦ ਮਿਲ ਗਈ 5 ਹਫ਼ਤੇ ਹੈ ਨਾ ਅਸੀਂ ਐਨ ਟੱਕਰ ਲਈ ਪ੍ਰਧਾਨ ਮੰਤਰੀ ਨਾਲ ਵੀ ਇਹ ਸਰਾਸਰ ਬੇਇਨਸਾਫੀ ਆ ਗਲਤ ਕੰਮ ਆ ਪਰ ਜਿਹੜੇ ਇਸ ਵੇਲੇ ਜਿਹੜੀ ਪਬਲਿਕ ਵਿੱਚ ਕਾਫੀ ਆ ਗਿਆ ਅਸੀਂ ਗੋਰੇ ਦੇ ਮੀਡੀਆ ਦੇਖਦੇ ਅਖਬਾਰ ਦੇਖਦੇ ਵੀ ਜਿਹੜੀ ਪਬਲਿਕ ਹੈ ਉਹ ਕੌਨਫੀਡੈਂਸ ਨਹੀਂ ਰਹੀ ਐਮਪੀਆਂ ਦੇ ਵਿੱਚ ਪੋਲੀਟੀਕਲ ਸਿਸਟਮ ਵਿੱਚ ਇਹ ਸਾਰੇ ਸਿਸਟਮ ਅਪ ਡਾਊਨ ਚੱਲਦੀ ਆ ਸਿਸਟਮ ਵਧੀਆ ਨਹੀਂ ਚੱਲਦੀ ਇਸ ਵੇਲੇ ਐਮਪੀਆਂ 'ਤੇ ਵੀ ਐਮਪੀ ਜਿਹੜੇ ਬ੍ਰੈਕਸਿਟ ਦੀ ਵੋਟ ਹੋਈ ਸੀ ਉਹ ਮੰਨਦੇ ਨੇ ਕਿ ਕਹਿੰਦੇ ਸਵਾਲ ਉਠਾਈ ਜਾਂਦੇ ਲੇਬਰ ਪਾਰਟੀ 'ਚ ਕੋਈ ਕਲੈਰਿਟੀ ਨਹੀਂ ਹੈਗੀ ਜੈਰੇਮੀ ਕੋਰਬਿਨ ਉਹ ਵੀ ਕਈ ਇਸ ਪਾਸੇ ਕਲੀਅਰ ਨਹੀਂ ਕਰਦਾ ਜਨਰਲ ਇਲੈਕਸ਼ਨ ਚਾਹੀਦੀ ਨਹੀਂ ਚਾਹੀਦੀ ਇਸ ਕਰਕੇ ਪਬਲਿਕ 'ਚ ਕਾਫੀ ਇਸ ਵੇਲੇ ਪੋਲੀਟਿਕਸ ਨਾਲ ਨਫ਼ਰਤ ਹੈਗੀ ਆ ਸਾਰੀਆਂ ਗੱਲਾਂ ਦਾ ਮੈਂ ਤੁਹਾਨੂੰ ਹੁਣੀ ਜਵਾਬ ਦੇ ਦਿੰਦਾ ਆ ਸਭ ਤੋਂ ਪਹਿਲਾਂ ਤਾਂ ਜਿੱਥੇ ਜਿੱਥੇ ਤੱਕ ਪਾਰਲੀਮੈਂਟ ਬੰਦ ਕਰਨ ਦੀ ਗੱਲ ਆ ਵੀ ਇਹ 5 ਹਫ਼ਤਿਆਂ ਲਈ ਬੰਦ 5 ਹਫ਼ਤਿਆਂ ਲਈ ਆ ਐਸੀ ਕਿਹਾ ਇਹਨੂੰ ਖੋਲੋ ਕਰਕੇ ਇਹ ਇੰਨਾ ਨਾਜ਼ੁਕ ਦੌਰ ਚੋਂ ਦੇਸ਼ ਗੁਜ਼ਰਿਆ ਆ ਵੀ ਇਹ ਧੱਕੇ ਦੇ ਨਾਲ ਨੋ ਡੀਲ ਬ੍ਰੈਕਜ਼ਿਟ ਕਰਨਾ ਚਾਹੁੰਦੇ ਸੀਗੇ ਵੀ ਕੋਈ ਜਿਹੜੀ ਪਰ ਉਹਦੀ ਵੋਟ ਤਾਂ ਆ ਕਿ ਬ੍ਰੈਕਸਿਟ ਦੀ ਵੋਟ ਹੋ ਗਈ ਸਾਰੇ ਯੂਕੇ ਨੇ ਵੋਟ ਪਾਤੀ ਵੀ ਬਾਹਰ ਆਣਾ ਇਹ ਮੈਂ ਤੁਹਾਨੂੰ ਬੋਰਿਸ ਜੌਨਸਨ ਕੋਸ਼ਿਸ਼ ਕਰਦਾ ਹੁਣ ਕੋਈ ਤਰੀਕੇ ਨਾਲ ਧੱਕੇ ਨਾਲ ਭਾਵੇਂ ਲੈ ਕੇ ਜਾਈਏ ਤੇ ਪੰਜਾਬੀਆਂ ਦਾ ਜਦੋਂ ਸੁਭਾਅ ਹੁੰਦਾ ਵੀ ਕੰਮ ਹੋ ਜਾਵੇ ਉਹ ਕੋਸ਼ਿਸ਼ ਕਰਦਾ ਵੀ ਹੋ ਜਾਵੇ ਕੰਮ ਕੋਈ ਗੱਲ ਨਹੀਂ ਮੈਂ ਤਸੱਲੀ ਦੇ ਨਾਲ ਹੁਣੀ ਤੁਹਾਨੂੰ ਇਹਨਾਂ ਚੀਜ਼ਾਂ ਦੇ ਜਵਾਬ ਦਿੰਦਾ ਕੋਈ ਗੱਲ ਨਹੀਂ ਆਪਾਂ ਦੇਖੋ ਜਿੱਥੇ ਤੱਕ ਹੈਗਾ ਆ ਵੀ 5 ਹਫ਼ਤੇ ਬੰਦ ਹੋਣਾ ਇਹ ਮਾੜਾ ਇਸ ਕਰਕੇ ਜਿਹੜਾ ਪ੍ਰਧਾਨ ਮੰਤਰੀ ਹੈ ਧੱਕੇ ਦੇ ਨਾਲ ਨੋ ਡੀਲ ਬ੍ਰੈਕਜ਼ਿਟ ਯਾਨੀ ਕਿ ਯੂਰਪੀਅਨ ਯੂਨੀਅਨ 'ਚੋਂ ਜਦੋਂ ਆਪਣੀਆਂ ਵੋਟਾਂ ਪਈਆਂ ਸੀ 3 ਸਾਲ ਪਹਿਲਾਂ ਉਹ ਇਹ ਸੀਗਾ ਕਿ ਤੁਸੀਂ ਅੰਦਰ ਰਹਿਣਾ ਜਾਂ ਬਾਹਰ ਜਾਣਾ ਉਦੋਂ ਇਹ ਸੀਗਾ ਪਰ ਇਹ ਨਹੀਂ ਸੀਗਾ ਵੀ ਅਸੀਂ ਨੋ ਡੀਲ ਯਾਨੀ ਕਿ ਜਿਹੜਾ ਜਦੋਂ ਆਪਾਂ ਬਾਹਰ ਵੀ ਜਾਣਾ ਉਹ ਵੀ 50 ਅਲੱਗ ਕਿਸਮ ਦੇ ਬਾਹਰ ਜਾਣਾ ਹੁੰਦਾ ਜਿਵੇਂ ਕਿ ਜਿਹੜਾ ਹੁਣ ਇੱਕ ਤਾਂ ਹੁੰਦਾ ਨੋ ਡੀਲ ਵੀ ਕੋਈ ਡੀਲ ਹੀ ਨਾ ਹੋਵੇ ਵੀ ਆਪਾਂ ਜਿੱਦਾਂ ਕਹਿੰਦੇ ਜੇ ਛੱਡਾਈਆ ਹੋਣਾ ਆ ਤਾਂ ਉਹ ਪਈ ਐਨ ਜੁੱਤੀ ਪਤਾਣ ਹੋ ਗਏ ਤਾਂ ਹੋਵੇ ਅਸੀਂ ਚਾਹੁੰਦੇ ਹਾਂ ਵੀ ਜਿਹੜੇ 40 ਸਾਲਾਂ ਤੋਂ ਵੱਧ ਜਿਹੜੇ ਰਿਸ਼ਤੇ ਨੇ ਆਪਣੇ ਯੂਰਪੀਅਨ ਯੂਨੀਅਨ ਦੇ ਨਾਲ ਵੀ ਉਹ ਖਰਾਬ ਨਾ ਹੋਣ ਤਦੀ ਅਸੀਂ ਉਸ ਗੱਲ ਦੇ ਹੱਕ 'ਚ ਨਹੀਂ ਉਸ ਰਿਸ਼ਤਿਆਂ ਵਿੱਚ ਜਿਹੜੀ ਟੈਰਰਿਜ਼ਮ ਬਈ ਸੀ ਉਹ ਕਾਫੀ ਜ਼ੋਰ ਪਾਇਆ ਕੋਸ਼ਿਸ਼ ਕੀਤੀ ਉਹ ਤੋਂ ਡੀਲ ਨਹੀਂ ਹੋਇਆ ਸੋ ਉਹ ਜਿਹੜੀ ਸੀਗੀ ਉਹਦੀ ਡੀਲ ਅਲੱਗ ਸੀਗੀ ਵੀ ਉਹ ਕੁਝ ਚੀਜ਼ਾਂ ਕਰੀਬੀ ਚਾਹੁੰਦੀ ਸੀ ਕੁਝ ਚੀਜ਼ਾਂ ਦੂਰ ਦੀਆਂ ਚਾਹੁੰਦੀ ਸੀ ਐਸੀ ਜਿਹੜਾ ਸਾਡਾ ਲੇਬਰ ਪਾਰਟੀ ਦਾ ਸੀਗਾ ਐਸੀ ਚਾਹੁੰਦੇ ਸੀਗੇ ਵੀ ਜਿਹੜਾ ਆਪਾਂ ਨਿਕਲੀਏ ਤਾਂ ਉਹ ਜਿਹੜਾ ਸਾਡਾ ਸੀਗਾ ਸੌਫਟ ਬ੍ਰੈਕਜ਼ਿਟ ਵੀ ਅਸੀਂ ਚਾਹੁੰਦੇ ਸੀਗੇ ਵੀ ਕਰੀਬੀ ਰਿਸ਼ਤੇ ਹੋਣ ਉਹਦੇ ਵਿੱਚ ਇੱਕ ਕਸਟਮਸ ਯੂਨੀਅਨ ਵੀ ਹੋਵੇ ਕਸਟਮਸ ਯੂਨੀਅਨ ਦਾ ਮਤਲਬ ਇਹ ਹੁੰਦਾ ਆ ਮੈਂ ਤੁਹਾਨੂੰ ਦਰਸ਼ਕਾਂ ਨੂੰ ਦੱਸਵਾਂ ਕਿਉਂਕਿ ਕਈ ਵਾਰੀ ਅਸੀਂ ਇਹ ਗੱਲਾਂ ਕਹਿ ਦਿੰਦੇ ਤਾਂ ਉਹਨਾਂ ਨੂੰ ਪੂਰੀ ਗੱਲ ਸਮਝ ਨਹੀਂ ਆਉਂਦਾ ਪਬਲਿਕ ਕਾਫੀ ਫੈਡ ਅਪ ਹੋ ਗਈ ਹੈ ਨਾ ਬ੍ਰੈਕਸਿਟ ਨਾਲ ਹੁਣ ਸਟਾਰ ਲੋਕੀ ਚਾਹੁੰਦੇ ਵੀ ਇੱਕ ਵਾਰੀ ਕੰਮ ਨਿਬੇੜੀ ਹੈ ਪਰ ਬੋਰਿਸ ਜੌਨਸਨ ਕੋਸ਼ਿਸ਼ ਕਰਦਾ ਕੰਮ ਨਿਬੇੜਦੇ ਹੀ ਪਹਿਲਾਂ ਆਪਾਂ ਇਦਾਂ ਪਹਿਲਾਂ ਉਹ ਗੱਲ ਨੂੰ ਸਮਝਣਾ ਹੁੰਦਾ ਆ ਵੀ ਕਈ ਦਫਾ ਇਹ ਨਹੀਂਗਾ ਵੀ ਕਾਹਲੀ ਜੇ ਤੁਸੀਂ ਕੋਈ ਚੀਜ਼ ਕਰ ਜਾਓ ਤਾਂ ਉਹਦਾ ਨਤੀਜੇ ਕੁਝ ਗਲਤ ਨਿਕਲ ਜਿਹੜਾ ਐਸੀ ਚਾਹੁੰਦੇ ਸੀਗੇ ਵੀ ਕਸਟਮਸ ਯੂਨੀਅਨ ਹੋਵੇ ਤਾਂ ਕਿ ਕੋਈ ਇੰਪੋਰਟ ਐਕਸਪੋਰਟ ਡਿਊਟੀ ਨਾ ਹੋਵੇ ਤਾਂ ਕਿ ਜਦੋਂ ਕੋਈ ਵੀ ਇੱਥੇ ਕਾਰ ਬਣਦੀ ਆ ਜਦੋਂ ਹੁਣ ਸਾਲ ਆਪਣੇ ਬਰਮਿੰਘਮ ਇਲਾਕਾ ਆ ਬਹੁਤ ਵੱਡਾ ਜਿਹਦਾ ਮੈਨੂਫੈਕਚਰਿੰਗ ਹੱਬ ਉੱਥੇ ਕਾਰਾਂ ਵਗੈਰਾ ਬਣਦੀਆਂ ਲੰਡਨ 'ਚ ਵੀ ਇੱਥੇ ਸਲੋ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਇੱਥੇ ਬਣਦੀਆਂ ਉਹ ਜਿਹੜੀਆਂ ਫੈਕਟਰੀਜ਼ 'ਚੋਂ ਸੋ ਅਸੀਂ ਉਹ ਚਾਹੁੰਦੇ ਸੀਗੇ ਵੀ ਉਹਨਾਂ 'ਤੇ ਕੋਈ ਇੰਪੋਰਟ ਐਕਸਪੋਰਟ ਡਿਊਟੀ ਨਾ ਹੋਵੇ ਤਾਂ ਜਿਹੜੀ ਸਿੰਗਲ ਮਾਰਕੀਟ ਹੁੰਦੀ ਆ ਵੀ ਇੱਕ ਬਾਜ਼ਾਰ ਵੀ ਜਿਹੜਾ ਯੂਰਪੀਅਨ ਯੂਨੀਅਨ ਦਾ ਆ ਵੀ ਉਹਦੇ ਵਿੱਚ ਆਪਣਾ ਕਰੀਬੀ ਰਿਸ਼ਤਾ ਹੋਵੇ ਤਾਂ ਆਪਾਂ ਉਹਦੇ ਨਾਲ ਜੁੜੀਏ ਤਾਂ ਇਸ ਦੇ ਨਾਲ ਇਹਦੇ ਵਿੱਚ ਜਿਹੜਾ ਜੈਰਮੀ ਕੋਰਬਿਨ ਉਸ ਵਿੱਚ ਕਾਫੀ ਅਖਬਾਰਾਂ 'ਚ ਆ ਗਿਆ ਤੁਹਾਡਾ ਲੀਡਰ ਆ ਤੁਸੀਂ ਉਹਨੂੰ ਮੰਨਦੇ ਲੀਡਰ ਤਾਂ ਤੁਹਾਨੂੰ ਹੋਣਾ ਚਾਹੀਦਾ ਲੇਬਰ ਪਾਰਟੀ ਦਾ ਤੁਸੀਂ ਇੰਨਾ ਵਧੀਆ ਸਪੀਚ ਦਿੱਤਾ ਪਰ ਜਿਹੜਾ ਜੈਰਮੀ ਕੋਰਬਿਨ ਉਹਦੇ ਵਿੱਚ ਕਾਫੀ ਕ੍ਰਿਟਿਸਿਜ਼ਮ ਉਹਦੇ ਲੋਕੀ ਖਿਲਾਫ ਹੋ ਗਏ ਉਹ ਨਾ ਇਲੈਕਸ਼ਨ 'ਤੇ ਜਾਂਦਾ ਨਾ ਬ੍ਰੈਕਸਿਟ 'ਤੇ ਕੋਈ ਸਿਰ ਹੀ ਨਹੀਂ ਕਰ ਲਾਉਂਦਾ ਸਿਰੇ ਤਾਂ ਦੇਖੋ ਐਸੀ ਤਾਂ ਗੱਲ ਨੂੰ ਸਿਰੇ ਇਸ ਤਰੀਕੇ ਨਾਲ ਆਇਆ ਆ ਵੀ ਦੇਖੋ ਸਭ ਤੋਂ ਪਹਿਲਾਂ ਜਿਹੜੇ ਲੋਕੀ ਦੁਖੀ ਆ ਮੈਜੋਰਿਟੀ ਜਿਹੜੇ ਲੋਕੀ ਦੁਖੀ ਇਸ ਪੱਖੋਂ ਆ ਵੀ ਸਰਕਾਰ ਦੀ ਨਾਕਾਬਲੀਅਤ ਵੀ ਪਿਛਲੇ 3 ਸਾਲ ਇਹਨਾਂ ਤੋਂ ਇੱਕ ਡੀਲ ਨਹੀਂ ਹੋਈ ਵਿਰੋਧੀ ਧਿਰ ਜਿਹੜਾ ਹੁੰਦਾ ਐਸੀ ਮਾਈਨੋਰਿਟੀ ਦੇ ਵਿੱਚ ਆ ਸਾਡਾ ਕੰਮ ਨਹੀਂ ਹੁੰਦਾ ਵੀ ਕਿਸੇ ਚੀਜ਼ ਨੂੰ ਪਾਸ ਕਰਨਾ ਇਹ ਸਰਕਾਰ ਦਾ ਕੰਮ ਹੁੰਦਾ ਵੀ ਉਹ ਬਿਲਕੁਲ ਨਾ ਕਾਬਿਲ ਰਹੇ ਨੇ ਇਸ ਚੀਜ਼ ਦੇ ਵਿੱਚ ਜਿੱਥੇ ਤੱਕ ਲੇਬਰ ਪਾਰਟੀ ਦੀ ਜਿਹੜੀ ਸਥਿਤੀ ਆ ਲੇਬਰ ਪਾਰਟੀ ਦੀ ਪੋਜੀਸ਼ਨ ਹੁਣ ਜੇ ਤੁਸੀਂ ਪੁੱਛਿਆ ਲੇਬਰ ਪਾਰਟੀ ਜਿਹੜਾ ਜੈਰਮੀ ਕੋਰਬਿਨ ਤੁਸੀਂ ਗੱਲ ਕੀਤੀ ਆ ਟੌਮ ਵਾਟਸਨ ਉਹਨਾਂ ਦੀ ਲੇਬਰ ਪਾਰਟੀ ਦੀ ਪੋਜੀਸ਼ਨ ਇਹ ਹੈਗੀ ਆ ਵੀ ਅਸੀਂ ਚਾਹੁੰਦੇ ਆ ਵੀ ਅਸੀਂ ਯੂਰਪੀਅਨ ਯੂਨੀਅਨ ਦੇ ਨਾਲ ਇੱਕ ਡੀਲ ਤੈਅ ਕਰੀਏ ਉਹ ਜਿਹੜੀ ਡੀਲ ਆ ਉਹਦਾ ਟਾਈਮ ਲੱਗ ਜਾਣਾ ਬਹੁਤ ਸਮਾਂ ਲੱਗ ਜਾਣਾ ਕੋਈ ਗੱਲ ਨਹੀਂ ਚਾਹੇ ਥੋੜ੍ਹੇ ਮਹੀਨੇ ਲੱਗ ਵੀ ਜਾਣ ਜਿੱਦਾਂ ਪਹਿਲਾਂ ਟਰੇਜ਼ਾ ਮੇ ਨੂੰ ਵੀ 1 ਸਾਲ ਲੱਗ ਗਿਆ ਸੀ ਉਹ ਜਿਹੜੀ ਵੀ ਡੀਲ ਹੈਗੀ ਆ ਉਹ ਪਹਿਲਾਂ ਲੋਕਾਂ ਨੂੰ ਇਹ ਨਹੀਂ ਪਤਾ ਸੀਗਾ ਵੀ ਆਪਾਂ ਜਾਣਾ ਤਾਂ ਕੇਸ ਟਰਮਸ ਐਂਡ ਕੰਡੀਸ਼ਨਸ 'ਤੇ ਵੀ ਸਮੋਲ ਪ੍ਰਿੰਟ ਕੀ ਆ ਜਿੱਦਾਂ ਆਪਾਂ ਕੋਈ ਜਿਹੜਾ ਕਾਨੂੰਨੀ ਜਿਹੜਾ ਹੁੰਦਾ ਆਪਣੇ ਕਾਗਜ਼ ਪੱਤਰ ਹੁਣ ਆਪਾਂ ਨੂੰ ਤੁਹਾਨੂੰ ਸਾਰਿਆਂ ਨੂੰ ਪਤਾ ਹੋ ਜਾਊਗਾ ਵੀ ਆਹ ਜਿਹੜਾ ਰਿਸ਼ਤਾ ਆ ਇਸ ਤਰੀਕੇ ਨਾਲ ਉਹ ਫਿਰ ਲੋਕਾਂ ਦੀ ਕਚਹਿਰੀ ਜਾਊਗਾ ਵੀ ਤੁਸੀਂ ਜੇ ਬਾਹਰ ਜਾਣਾ ਆ ਆਹ ਟਰਮਸ ਐਂਡ ਕੰਡੀਸ਼ਨਸ 'ਤੇ ਜਾਣਾ ਜਾਂ ਤੁਸੀਂ ਅੰਦਰ ਰਹਿਣਾ ਇਹ ਲੋਕਾਂ ਦੀ ਕਚਹਿਰੀ ਦੇ ਵਿੱਚ ਫਿਰ ਗੱਲ ਜਾਊਗੀ ਸੋ ਲੇਬਰ ਪਾਰਟੀ ਦੀ ਜਿਹੜੀ ਸਥਿਤੀ ਆ ਉਹ ਬਿਲਕੁਲ ਸਪਸ਼ਟ ਆ
ਆਹ ਸਥਿਤੀ ਆ। ਦੂਜੀ ਗੱਲ ਜਿਹੜੀ ਤੁਸੀਂ ਆਖੀ ਵੀ ਇਲੈਕਸ਼ਨਸ ਜਿਹੜੀਆਂ ਵੀ ਚੋਣਾਂ ਅਸੀਂ ਚਾਹੁੰਦੇ ਆ, ਮੇਰੇ ਵਰਗੇ ਆ ਜਿਹੜੇ ਇੱਥੇ ਆ, ਮੈਂ ਡਟ ਕੇ ਕੰਮ ਕੀਤੇ ਆ, ਮੈਂ ਇੱਥੇ ਕਿਸੇ ਤੋਂ ਡਰ ਨਿਗਾ। ਆਪਾਂ ਜੇ ਪਿਛਲੀ ਦਫਾ ਵੀ 17,000 ਤੋਂ ਜਿੱਤੇ ਆ, ਐਤਕੀ ਵੀ ਜਿਹੜਾ ਹੈਗਾ ਲੋਕਾਂ ਲਈ ਕੰਮ ਕੀਤੇ ਆ, ਅਸੀਂ ਚੋਣ ਤੋਂ ਨਹੀਂ ਡਰਦੇ। ਪਰ ਜੇ ਹੁਣ ਇਸ ਵੇਲੇ ਅਸੀਂ ਚੋਣ ਲਈ ਜਾਂਦੇ ਆ, ਜਾਣੀ ਕਿ ਅਕਤੂਬਰ ਦੇ ਵਿੱਚ ਜੇ ਚੋਣ ਹੁੰਦੀ ਆ, ਤਾਂ ਉਹ ਜਿਹੜਾ ਪਹਿਲਾ ਕਾਨੂੰਨ ਪਾਸ ਹੋਇਆ ਸੀ, ਫਿਰ ਇਹਨਾਂ ਨੇ ਉਹ ਕਿਉਂਕਿ ਫਿਰ ਪਾਰਲੀਮੈਂਟ ਤਾਂ ਭੰਗ ਹੋ ਜਾਂਦੀ ਆ, ਇਹਦਾ ਮਤਲਬ ਜਿਹੜਾ 31 ਅਕਤੂਬਰ ਨੂੰ ਅਸੀਂ ਨੋ ਡੀਲ ਬ੍ਰੈਗਜ਼ਿਟ ਦੇ ਤਹਿਤ ਬਾਹਰ ਨਿਕਲ ਜਾਵਾਂਗੇ, ਕਰਕੇ ਹਜੇ ਤੱਕ ਕੋਈ ਡੀਲ ਯੂਰਪੀਅਨ ਯੂਨੀਅਨ ਦੇ ਨਾਲ ਤੈਅ ਨਹੀਂ ਹੋਈ। ਸੋ ਐਸੀ ਵੀ ਜੇ ਕਹਿ ਲਓ ਵੀ ਦੇਸ਼ ਦੇ ਜਿਹੜੇ ਹਿੱਤ ਦੀ ਗੱਲ ਆ ਉਹਨੂੰ ਮੁੱਖ ਰੱਖਦੇ ਹੋਏ, ਕਰਕੇ ਸਾਨੂੰ ਪਤਾ ਜੇ ਇਲੈਕਸ਼ਨ ਹੁੰਦੀ, ਚੋਣ ਹੁੰਦੀ ਹੈ ਤਾਂ ਲੇਬਰ ਦੀ ਸਰਕਾਰ ਆਉਂਦੀ ਹੈ, ਪਰ ਜੇ ਲੇਬਰ ਦੀ ਸਰਕਾਰ ਅਕਤੂਬਰ ਦੇ ਅੱਧ ਜਾਂ ਅਖੀਰ 'ਤੇ ਆ ਵੀ ਗਈ, ਉਹਨਾਂ ਕੋਲ ਉਦੋਂ ਵਕਤ ਨਹੀਂ ਹੋਣਾ ਵੀ ਆਪਾਂ ਨੋ ਡੀਲ ਰੋਕ ਸਕੀਏ। ਸੋ ਇਸ ਪੱਖੋਂ ਬਹੁਤ ਜ਼ਰੂਰੀ ਆ ਵੀ ਸਭ ਤੋਂ ਪਹਿਲਾਂ ਅਸੀਂ ਨੋ ਡੀਲ ਨੂੰ ਰੋਕੀਏ, ਉਸ ਤੋਂ ਬਾਅਦ ਜਦੋਂ 31 ਅਕਤੂਬਰ ਪਾਰ ਹੋ ਗਈ ਤਾਂ ਅਸੀਂ ਚੋਣ ਦੇ ਜਿਹੜਾ ਦੰਗਲ ਹੈ ਉਹ ਵੀ ਉਹਦੇ ਵਿੱਚ ਵੀ ਆਉਂਗੇ। ਜਿਹੜਾ ਬ੍ਰੈਕਸਿਟ ਦਾ ਮਸਲਾ ਹੈ ਕਾਫੀ ਲੰਮਾ ਹੋ ਗਿਆ, ਇਹਦੇ ਕੋਈ ਪਤਾ ਨਹੀਂ ਲੱਗਦਾ ਕਿੱਦਾਂ ਹੋਣੀ। ਇਸ ਵੇਲੇ ਕਾਫੀ ਪੋਲਿਟਿਕਸ ਦੇ ਵਿੱਚ ਬਹੁਤ ਰਿਹਾ ਕਿ ਲੋਕੀ ਕਾਫੀ ਫੈਡ ਅਪ ਇਹਦੇ ਨਾਲ, ਐਂਡ ਤੁਸੀਂ ਵੀ ਫੈਡ ਅਪ ਹੋ ਸਕਦੇ MP ਤੌਰ ਤੇ, ਬਿਕਾਜ਼ ਹੋਰ ਕੋਈ ਬਿਜ਼ਨਸ ਪਾਰਲੀਮੈਂਟ 'ਚ ਹੁੰਦਾ ਨਹੀਂ। ਏਸੀ ਇੱਕ ਗੱਲ ਚੱਲਦੀ ਆ, ਸਾਰੇ ਚਾਹੁੰਦੇ ਇੱਕ ਪਾਸੇ ਹੱਲ ਹੋ ਜਾਵੇ। ਜੀ ਬਿਲਕੁਲ, ਇਹ ਹੱਲ ਹੋਣੀ ਚਾਹੀਦੀ ਆ। ਹੱਲ ਇੱਦਾਂ ਆ ਬਲ ਸਾਹਿਬ, ਇਹ ਵੀ ਤੁਹਾਡੇ ਦਰਸ਼ਕਾਂ ਨਾਲ ਮੈਂ ਗੱਲ ਸਾਂਝੀ ਕਰ ਦੇਵਾਂ ਵੀ ਜੇ ਬੰਦਾ ਸੋਚਦਾ ਨਾ ਵੀ ਜਦੋਂ ਡੀਲ ਵੀ ਹੋ ਗਈ ਤਾਂ ਉਹਦੇ ਨਾਲ ਖਤਮ ਹੋ ਜਾਣੀ ਗੱਲ, ਇਹ ਉਹ ਤੋਂ ਬਾਅਦ ਵੀ ਕਈ ਸਾਲ ਆਪਾਂ ਨੂੰ ਲੱਗ ਜਾਣੇ ਆ, ਕਰਕੇ ਇਹ ਜਿਹੜਾ ਹੁਣ ਵੀ ਆਪਾਂ ਤੈਅ ਕਰ ਰਹੇ ਹਾਂ ਸਿਰਫ ਇੰਟਰਿਮ ਜਿਹੜੀ ਵਿਦਰੋਲ ਅਗਰੀਮੈਂਟ ਆ, ਅਸਲੀ ਜਿਹੜਾ ਰਿਸ਼ਤਾ ਆ ਉਹਨੂੰ ਵੀ ਘੱਟ ਤੋਂ ਘੱਟ 2-4 ਸਾਲ ਹੋਰ ਲੱਗ ਜਾਣੇ ਆ। ਉਸ ਤੋਂ ਬਾਅਦ ਆਪਾਂ ਨੂੰ ਜਿਹੜਾ ਇੱਕ ਅਲੱਗ-ਅਲੱਗ ਦੇਸ਼ ਆ ਉਹਦੇ ਨਾਲ ਇੱਕ ਅਲੱਗ ਸੰਧੀ, ਅਲੱਗ ਟਰੀਟੀ, ਅਲੱਗ ਡੀਲ ਕਰਨੀ ਪਊਗੀ, ਯਾਨੀ ਕਿ ਇੰਡੀਆ ਦੇ ਨਾਲ ਅਲੱਗ। ਇਸ ਵੇਲੇ ਜਿਹੜਾ ਆਪਣੇ ਡੀਲਸ ਆ ਉਹ ਪਹਿਲਾਂ ਹੀ ਤੈਅ ਆ, ਚਾਹੇ ਇੰਡੀਆ ਦੇ ਨਾਲ ਕਿੱਦਾਂ ਕਰਨਾ ਆ, ਪਾਕਿਸਤਾਨ ਦੇ ਨਾਲ, ਚੀਨ ਦੇ ਨਾਲ, USA ਦੇ ਨਾਲ ਵਗੈਰਾ। ਇਸ ਕਰਕੇ ਕਾਫੀ ਲੰਮਾ ਸਮਾਂ ਲੱਗ ਜਾਂਦਾ। ਇਹ ਤਾਂ ਹੁਣ ਕਹਿ ਲਓ ਵੀ ਇਹ ਕਈ ਸਾਲਾਂ ਦੀ ਗੱਲ, ਇੱਕ ਵਾਰੀ ਜਦੋਂ ਛੇੜ ਲਈ ਤਦੀ ਤਾਂ ਸਾਡੇ ਵਰਗੇ ਉਦੋਂ ਕਹਿੰਦੇ ਸੀਗੇ ਵੀ ਦੇਖੋ ਇੱਕ ਵਾਰੀ ਜਦੋਂ ਤੁਸੀਂ ਇੱਕ ਰੈਫਰੈਂਡਮ ਦੇ ਤੌਰ 'ਤੇ ਇਹਦਾ ਕਰਨਾ ਪਿਆ ਨਾ, ਇਹਦਾ ਸਿੱਟੇ ਆਪਾਂ ਨੂੰ ਕਈ ਸਾਲ ਨਹੀਂ ਦਹਾਕਿਆਂ ਪ੍ਰਤੀ ਇਹ ਕੰਮ ਚੱਲਣਾ ਆ। ਤਾਂ ਅਮਰਜੀਤ ਸਿੰਘ ਢੇਸੀ ਸਾਹਿਬ, ਤੁਹਾਡਾ ਬਹੁਤ ਧੰਨਵਾਦ ਜੀ। ਬਹੁਤ ਤੁਹਾਡਾ ਧੰਨਵਾਦ। ਸਿੱਖ ਕਮਿਊਨਿਟੀ, ਸਿੱਖ ਚੈਨਲ ਦੁਨੀਆ ਭਰ ਤੁਹਾਡੇ ਅਸੀਂ ਬਹੁਤ ਮਾਣ ਕਰਦੇ। ਸਾਨੂੰ ਬਹੁਤ ਫਖਰ ਹੈਗਾ ਵੀ ਤੁਸੀਂ ਸਿੱਖ ਕਮਿਊਨਿਟੀ ਇਹਨਾਂ ਵਧੀਆ ਰੈਪਰੈਜ਼ੈਂਟ ਕਰਦੇ, ਇਸਲਾਮ ਨੂੰ ਰੈਪਰੈਜ਼ੈਂਟ ਕਰਦੇ, ਲੇਬਰ ਪਾਰਟੀ ਦਾ ਇਹਨਾਂ ਵਧੀਆ ਤੁਸੀਂ ਜ਼ਿਕਰ ਕਰਦੇ, ਆਪਣੀ ਪਾਰਟੀ ਦੀ ਪਾਲਿਸੀ ਵੀ ਸਾਰੀਆਂ ਨੂੰ ਮੋਹਰੇ ਰੱਖ ਕੇ ਇਹਨਾਂ ਵਧੀਆ ਤਰੀਕੇ ਨਾਲ ਤੁਸੀਂ ਉਹਨਾਂ ਦੀ ਇਹ ਸਾਰੀ ਕਾਰਵਾਈ ਕਰਦੇ। ਐਂਡ ਸਾਡੀ ਅਰਦਾਸ ਹੈਗੀ ਆ ਤੁਸੀਂ ਇਸ ਤਰ੍ਹਾਂ ਹੀ ਤੁਹਾਨੂੰ ਤੰਦਰੁਸਤੀ ਬਖਸ਼ੇ, ਵਾਹਿਗੁਰੂ ਦੀ ਮਿਹਰ ਹੋਵੇ। ਕੋਈ ਵੀ ਜੇ ਚੋਣ ਆ ਗਈ, ਇਲੈਕਸ਼ਨ ਆ ਗਈ, ਅਸੀਂ ਤੁਹਾਡੇ ਨਾਲ ਖੜੇ ਹੈਗੇ, ਤੁਹਾਡੀ ਸਾਰੇ ਸਲਾਹ ਤੁਹਾਡੇ ਨਾਲ ਖੜਾ ਹੈਗਾ, ਤੁਸੀਂ ਕੰਮ ਕਰਕੇ ਦਿਖਾਲਤਾ, ਇਸ ਕਰਕੇ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ। ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਵੀ, ਦਰਸ਼ਕਾਂ ਦਾ ਵੀ ਧੰਨਵਾਦ। ਅਤੇ ਮੈਂ ਅਖੀਰ ਦੇ ਵਿੱਚ ਤਾਂ ਇਹੀ ਗੱਲ ਕਰੂੰਗਾ ਵੀ ਕੋਈ ਵੀ ਕਿਸੇ ਨੂੰ ਵੀ ਕੋਈ ਕੰਮ ਆਉਣ ਪਿਆ ਜਿਹੜਾ ਸਲੋਅ ਦੇ ਵਿੱਚ ਖਾਸ ਤੌਰ 'ਤੇ ਜਿਹੜਾ ਰਹਿੰਦਾ ਆ, ਉਹ ਬੇਝਿਜਕ ਸਾਡੇ ਦਫ਼ਤਰ ਨਾਲ ਸੰਪਰਕ ਕਰੇ। ਬਾਕੀ ਜਿੱਥੇ ਤੱਕ ਕੋਈ ਜਿਹੜੇ ਮਸਲੇ ਨੇਗੇ, ਮੈਂ ਸਿੱਖ ਚੈਨਲ ਦਾ ਇਸ ਕਰਕੇ ਧੰਨਵਾਦੀ ਹਾਂ ਕਿਉਂਕਿ ਚਾਹੇ ਉਹ ਬ੍ਰੈਗਜ਼ਿਟ ਹੋਵੇ, ਚਾਹੇ ਕੋਈ ਹੋਰ ਗੁਲਝਣਦਾਰ ਜਿਹੜੇ ਮਸਲੇ ਹੁੰਦੇ ਨੇ, ਵੀ ਚਾਹੇ ਜਿੰਨਾ ਵੀ ਮਰਜ਼ੀ ਪੇਚੀਦਾ ਹੋਵੇ, ਉਹ ਸਾਡਾ ਫਰਜ਼ ਬਣਦਾ ਆ ਕਿ ਉਹ ਤੁਹਾਨੂੰ ਉਹ ਪੰਜਾਬੀ ਦੇ ਵਿੱਚ ਵੀ ਉਸ ਦਾ ਅਨੁਵਾਦ, ਉਹਦਾ ਟ੍ਰਾਂਸਲੇਸ਼ਨ ਕਰਕੇ, ਤਾਂ ਕਿ ਇਸ ਤੁਹਾਨੂੰ ਸਮਝਾ ਸਕੀਏ। ਜਿੱਦਾਂ ਤੁਸੀਂ ਬ੍ਰੈਗਜ਼ਿਟ ਦੇ ਬਾਰੇ ਬਹੁਤ ਵਧੀਆ ਸਵਾਲ ਪੁੱਛਿਆ ਵੀ ਲੇਬਰ ਪਾਰਟੀ ਦੀ ਨੀਤੀ ਕੀ ਹੈਗੀ ਆ, ਉਹ ਵੀ ਸਪਸ਼ਟ ਕਰਨੀ, ਵੀ ਚੋਣ ਕਦੋਂ ਹੋਊਗੀ, ਕਦੋਂ ਨਹੀਂ ਹੋਊਗੀ। ਇਹ ਸਾਰੀਆਂ ਚੀਜ਼ਾਂ ਬਹੁਤ ਜ਼ਰੂਰੀ ਆ ਕਿ ਸਿੱਖ ਚੈਨਲ 'ਤੇ ਤੁਸੀਂ ਇਹਨਾਂ ਚੀਜ਼ਾਂ ਦੇ ਬਾਰੇ ਵਿਚਾਰ ਵਟਾਂਦਰਾ ਕਰਦੇ ਰਹੋ, ਤਾਂ ਕਿ ਜਿਹੜੇ ਜਾਗਰਤੀ ਜਿਹੜੀ ਹੈਗੀ ਹੈ ਦਰਸ਼ਕਾਂ ਦੇ ਵਿੱਚ ਉਹ ਜ਼ਿਆਦਾ ਪੈਦਾ ਹੋਵੇ। ਤਾਂ ਬਹੁਤ ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।